ਇੱਕ ਬਹੁਤ ਵਿਕਦੀ ਇਜ਼ਰਾਈਲੀ ਕਿਤਾਬ "ਥਾਊ ਸ਼ੈਲਟ ਇਨੋਵੇਟ" ਵਿੱਚੋਂ ਇੱਕ ਚੈਪਟਰ। ਲੰਗੜੇ ਵੀ ਚੱਲਣਗੇ। ਧੰਨ ਹੈ ਤੂੰ ਬ੍ਰਹਿਮੰਡ ਦੇ ਰਾਜੇ, ਜੋ ਉਹਨਾਂ ਨੂੰ ਵੀ ਸਿੱਧਾ ਖਿਲਾਰ ਦਿੰਦਾ ਹੈ ਜੋ ਪੂਰੇ ਹੀ ਚੁੱਕੇ ਹੋਏ ਹਨ। ਰੋਜ਼ ਸਵੇਰ ਦੀ ਯਹੂਦੀ ਪ੍ਰਾਰਥਨਾ। ਉਸ ਨੇ ਹੁਣ ਕਦੇ ਵੀ ਨਹੀਂ ਸੀ ਚੱਲ ਸਕਣਾ। ਇਹ ਸਭ ਕੁਝ ਸ਼ੁਰੂ ਹੋਇਆ ਸੀ ਡਾਕ ਵਿੱਚ ਆਏ ਇੱਕ ਕੂਪਨ ਤੋਂ। 1996 ਵਿੱਚ ਲਿਲੀ ਗੋਫਰ ਨਾਜ਼ਰeth, ਜੋ ਕਿ ਇਜ਼ਰਾਈਲ ਦੇ ਉੱਤਰ ਦੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਦੇ ਇੱਕ ਮਾਲ ਵਿੱਚ ਗਈ ਸੀ ਆਪਣੇ ਘਰ ਵਾਲੇ ਲਈ ਜੀਨ ਖਰੀਦਣ। ਬਸ ਐਵੇਂ ਹੀ ਉਸਨੇ ਇੱਕ ਫਾਰਮ ਭਰਿਆ ਸੀ ਜਿਸ ਨਾਲ ਕਿ ਮੁਫਤ ਇੱਕ ਮੋਟਰਸਾਈਕਲ ਮਿਲਣ ਦਾ ਮੌਕਾ ਸੀ, ਹਰ ਕਿਸਮ ਦੀ ਧਰਤੀ 'ਤੇ ਚੱਲ ਸਕਣ ਵਾਲਾ, ATV 4 ਪਹੀਆਂ ਵਾਲਾ। ਅਤੇ ਕੁਝ ਹਫ਼ਤਿਆਂ ਬਾਅਦ ਉਸਨੂੰ ਦੱਸਿਆ ਗਿਆ ਕਿ ਉਹ ਇਹ ਜਿੱਤ ਗਈ ਹੈ। ਉਸਦੇ ਪਤੀ ਡਾਕਟਰ ਅਮਿਤ ਗੋਫਰ ਦੀ ਉਸ ਮਸ਼ੀਨ 'ਚ ਕੋਈ ਦਿਲਚਸਪੀ ਨਹੀਂ ਸੀ। ਜਦੋਂ ਇਹ ਪੁੱਜੀ ਉਸਨੇ ਇਹ ਇੱਕ ਗੁਆਂਢੀ ਨੂੰ ਵੇਚ ਦਿੱਤੀ ਸੀ, ਇਸ ਦੀ ਅੱਧੀ ਕੀਮਤ 'ਤੇ। ਫਿਰ ਉਸਦੇ ਬੱਚਿਆਂ ਨੇ ਇੰਨਾ ਬੁਰਾ ਮਨਾਇਆ ਕਿ ਉਸਨੇ ਸੋਚਿਆ ਕਿ ਚਲੋ ਇਹਨਾਂ ਦਾ ਕੁਝ ਮਨ ਲਾਇਆ ਜਾਏ। ਇੱਕ ਸਵੇਰ ਗੋਫਰ ਨੇ ਕੁਝ ATVs ਕਿਰਾਏ 'ਤੇ ਲਈਆਂ ਅਤੇ ਇਹ ਆਪਣੇ ਘਰ ਤੋਂ ਕੋਈ ਬਹੁਤੀ ਦੂਰ ਵੀ ਨਹੀਂ ਸੁੱਕੇ ਜਿਹੇ ਉਜਾੜ ਵੱਲ ਨਿਕਲ ਗਏ। ਉਸਨੇ ਸੋਚਿਆ ਕਿ ਚਲੋ ਬੱਚਿਆਂ ਨੂੰ ਮਜ਼ਾ ਆਏਗਾ। ਸੈਪੋਰਿਸ ਨਾਂ ਦੇ ਖੂਬਸੂਰਤ ਸ਼ਾਂਤ ਪਿੰਡ ਦੇ ਬਾਹਰਵਾਰ, ਜਿਸ ਦਾ ਨਾਂ ਕਿ ਬਾਈਬਲ ਵਿੱਚ ਵੀ ਆਉਂਦਾ ਹੈ, ਗੋਫਰ ਆਪਣੀ ਬੇਟੀ ਨੂੰ ਆਪਣੇ ਪਿੱਛੇ ਬਿਠਾਈ ਲਿਜਾ ਰਿਹਾ ਸੀ। ਬੇਟਾ ਆਪਣੇ ATV 'ਤੇ ਸੀ ਅਤੇ ਪਿੱਛੇ ਪਿੱਛੇ ਸੀ ਉਹਨਾਂ ਦੀਆਂ ਘੱਟੇ ਵਾਲੇ ਰਾਹ 'ਤੇ ਗਰੜ ਗਰੜ ਕਰਦੀਆਂ ਇਹਨਾਂ ਮਸ਼ੀਨਾਂ ਦਾ ਉਡਾਇਆ ਘੱਟਾ। ਪਰ ਥੋੜ੍ਹੇ ਚਿਰ ਵਿੱਚ ਹੀ ਗੋਫਰ ਵਾਲੇ ਮੋਟਰਸਾਈਕਲ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਇਹ ਡਾਕਟਰ ਤੇਜ਼ੀ ਨਾਲ ਰਾਹ ਤੋਂ ਔਜੜਦਾ ਹੋਇਆ ਇੱਕ ਦਰਖਤ ਵਿੱਚ ਵੱਜਾ। ਉਸਦੀ ਬੇਟੀ ਨੂੰ ਤਾਂ ਝਰੀਟ ਵੀ ਨਾ ਆਈ, ਪਰ ਗੋਫਰ ਦੀ ਗਰਦਨ ਟਹਿਣੀਆਂ ਨਾਲ ਵੱਜ ਕੇ ਟੁੱਟ ਗਈ। ਜ਼ਮੀਨ 'ਤੇ ਪਏ ਨੂੰ ਉਸਨੂੰ ਹੱਦੋਂ ਵੱਧ ਡਰ ਲੱਗਾ। ਮੈਨੂੰ ਕੁਝ ਮਹਿਸੂਸ ਹੀ ਨਹੀਂ ਸੀ ਹੋ ਰਿਹਾ, ਉਹ ਦੱਸਦਾ ਹੈ, ਅਤੇ ਇਹ ਤਾਂ ਮੈਨੂੰ ਝੱਟ ਸਮਝ ਆ ਗਈ ਸੀ ਕਿ ਮੈਨੂੰ ਕੀ ਹੋਇਆ ਹੈ। ਆਪਣੇ ਨਾਲ ਹੋਈ ਇਸ ਦੁਰਘਟਨਾ ਤੋਂ ਪਹਿਲਾਂ ਗੋਫਰ ਨੇ ਇੱਕ ਕੰਪਨੀ ਬਣਾਈ ਸੀ ਆਪਰੇਸ਼ਨ ਥੀਏਟਰਾਂ ਵਾਸਤੇ MRI ਮਸ਼ੀਨਾਂ ਬਣਾਉਂਦੀ, ਤਾਂ ਇਸ ਲਈ ਉਹ ਅੰਗਹੀਣਤਾ ਬਾਰੇ ਸਭ ਕੁਝ ਜਾਣਦਾ ਹੀ ਸੀ। ਜਦੋਂ ਉਸਦੇ ਬੱਚੇ ਉਸ ਵੱਲ ਭੱਜੇ ਆਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਉਸ ਤੋਂ ਦੂਰ ਰਹਿਣ। ਮੈਨੂੰ ਹੱਥ ਨਾ ਲਾਉਣਾ, ਉਸਨੇ ਕਿਹਾ। ਮੈਂ ਕੁਆਡਰੀਪਲੈਜਿਕ ਹਾਂ। ਉਸਨੂੰ ਪਤਾ ਲੱਗ ਚੁੱਕਾ ਸੀ ਕਿ ਹੁਣ ਉਹ ਕਦੇ ਮੁੜ ਤੁਰ ਨਹੀਂ ਸਕੇਗਾ। ਅਗਲੇ 9 ਮਹੀਨੇ ਬਹੁਤ ਮਾੜੇ ਨਿਕਲੇ। ਗੋਫਰ ਲੱਕ ਤੋਂ ਥੱਲੇ ਪੈਰਾਲਾਈਜ਼ ਹੋ ਗਿਆ ਸੀ। ਬਾਹਾਂ 'ਚ ਥੋੜ੍ਹੀ ਜਿਹੀ ਹਰਕਤ ਹੈ ਸੀ ਅਤੇ ਅਖੀਰ ਉਸਨੇ ਬਿਜਲੀ ਵਾਲੀ ਵੀਲਚੇਅਰ ਵਰਤਣੀ ਸਿੱਖ ਲਈ। ਇਸ ਦੀ ਕੁਝ ਮਦਦ ਹੋ ਗਈ ਸੀ, ਪਰ ਉਸਨੂੰ ਲਗਾਤਾਰ ਆਪਣਾ ਆਪ ਫਸਿਆ ਹੋਇਆ ਅਤੇ ਹਤਾਸ਼ ਮਹਿਸੂਸ ਹੁੰਦਾ। ਗੋਫਰ ਨੂੰ ਯਾਦ ਹੈ ਕਿ ਇਹ ਇਉਂ ਸੀ ਜਿਵੇਂ ਹਨੇਰੇ ਵਿੱਚ ਕਿਸੇ ਬਹੁਤ ਹੀ ਵੱਡੇ ਮਗੋਰੇ 'ਚ ਪਿਆ ਹੋਇਆ ਹੋਵਾਂ। ਉਸਦੀ ਸਭ ਤੋਂ ਵੱਡੀ ਔਖ ਬਾਥਰੂਮ ਜਾਣਾ। ਵੀਲਚੇਅਰ 'ਤੇ ਬੈਠਣ ਲਈ ਮਜਬੂਰ ਕਈ ਲੋਕਾਂ ਲਈ ਦੁਰਘਟਨਾਵਾਂ ਆਮ ਹਨ ਅਤੇ ਪੇਟ ਠੀਕ ਸਾਫ਼ ਨਹੀਂ ਹੁੰਦਾ, ਜਿਸ ਨਾਲ ਕਿ ਲਹੂ ਵਿੱਚ ਹੱਦੋਂ ਵੱਧ ਇਨਫੈਕਸ਼ਨ ਹੋ ਸਕਦੀ ਹੁੰਦੀ ਹੈ ਅਤੇ ਮੌਤ ਵੀ। ਪੈਰਾਲਾਈਜ਼ ਹੋਏ ਕਈ ਜਣਿਆਂ ਨੂੰ ਇਸ ਗੱਲ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਕਿਸੇ ਨੂੰ ਕਹਿਣ ਕਿ ਉਹਨਾਂ ਦੀ ਗੁਦਾ ਵਿੱਚੋਂ 2 ਉਂਗਲਾਂ ਪਾ ਕੇ ਉਹਨਾਂ ਦੇ ਪੇਟ ਦੇ ਸਾਫ਼ ਹੋਣ ਲਈ ਸ਼ੁਰੂਆਤ ਕਰਾ ਦੇਣ। ਇਹ ਸਿਲਸਿਲਾ ਤਕਲੀਫਦੇਹ ਹੁੰਦਾ ਹੈ ਅਤੇ ਇਸ 'ਤੇ 2 ਘੰਟੇ ਵੀ ਲੱਗ ਸਕਦੇ ਹੁੰਦੇ ਹਨ। ਕਈ ਅਜਿਹੇ ਲੋਕ ਅਖੀਰ ਆਪਰੇਸ਼ਨ ਕਰਾਉਣ ਦਾ ਫੈਸਲਾ ਕਰ ਲੈਂਦੇ ਹਨ, ਜਿਸ ਨਾਲ ਕਿ ਪੇਟ ਦੇ ਅਤੇ ਉਸ ਤੋਂ ਨਿਕਲਦੀ ਨਲੀ ਕੋਲੋਨ ਦੇ ਦਰਮਿਆਨ ਇੱਕ ਪੱਕਾ ਰਾਹ ਖੁੱਲ੍ਹ ਜਾਂਦਾ ਹੈ, ਜਿੱਥੇ ਫਿਰ ਇੱਕ ਥੈਲੀ ਵਿੱਚ ਮਲ ਇਕੱਠਾ ਹੁੰਦਾ ਰਹਿੰਦਾ ਹੈ। ਆਪਣੀ ਹਤਾਸ਼ਾ ਦੇ ਬਾਵਜੂਦ ਗੋਫਰ ਬਜ਼ਿੱਦ ਸੀ ਕਿ ਉਹ ਆਪਣੀ ਕੁਝ ਤਾਂ ਆਜ਼ਾਦੀ ਰੱਖੇਗਾ ਹੀ ਰੱਖੇਗਾ। ਪਹਿਲਾਂ ਤੋਂ ਆਪਣੇ ਦੰਦ ਵੀ ਆਪ ਬਰੱਸ਼ ਨਹੀਂ ਸੀ ਕਰ ਸਕਦਾ ਹੁੰਦਾ। ਡਾਕਟਰਾਂ ਉਸਨੂੰ ਇੱਕ ਜੰਤਰ ਜਿਹਾ ਪੇਸ਼ ਕੀਤਾ, ਪਰ ਉਸ ਮਨਾ ਕਰ ਦਿੱਤਾ ਸੀ। ਉਸਨੇ ਮੁੜ ਨਵੇਂ ਸਿਰਿਓਂ ਬਰੱਸ਼ ਕਰਨਾ ਸਿੱਖਿਆ ਸੀ। ਕਈ ਮਹੀਨੇ ਗੋਫਰ 'ਚ ਇੰਨੀ ਤਾਕਤ ਨਹੀਂ ਸੀ ਹੋਈ ਕਿ ਕੁਝ ਵੀ ਲਿਖ ਸਕੇ, ਪਰ ਅਖੀਰ ਉਸ ਲਿਖਣਾ ਵੀ ਨਵੇਂ ਸਿਰਿਓਂ ਸਿੱਖ ਲਿਆ। ਜਦੋਂ ਤੁਸੀਂ ਅਜਿਹੇ ਕਿਸੇ ਮਗੋਰੇ 'ਚ ਐਨ ਹੇਠਾਂ ਡਿੱਗੇ ਫਸੇ ਹੋਵੋ, ਉਹ ਕਹਿੰਦਾ ਹੈ, ਤਾਂ ਇੱਕੋ ਰਾਹ ਬਚਿਆ ਹੁੰਦਾ ਹੈ ਤੁਹਾਡੇ ਕੋਲ, ਉੱਤੇ ਨੂੰ। ਉਸ ਤੋਂ ਹੇਠਾਂ ਤਾਂ ਤੁਸੀਂ ਜਾ ਹੀ ਨਹੀਂ ਸਕਦੇ ਹੁੰਦੇ। ਗੋਫਰ ਨੂੰ ਸਭ ਤੋਂ ਵੱਧ ਤਕਲੀਫ ਦਿਮਾਗੀ ਤੌਰ 'ਤੇ ਸੀ। ਉਸਦੀ ਸਿਹਤਯਾਬੀ 'ਚ
ਉਸ ਦੀ ਮਦਦ ਕਰਨ ਲਈ ਡਾਕਟਰਾਂ ਨੇ ਉਸ ਨੂੰ ਬਹੁਤ ਭਾਰੇ ਦਰਦ ਹਟਾਊ ਅਤੇ ਹੋਰ ਦਵਾਈਆਂ ਦਿੱਤੀਆਂ ਹੋਈਆਂ ਸਨ, ਪਰ ਇਹਨਾਂ ਦੇ ਪੈਣ ਵਾਲੇ ਕੁਝ ਵੱਖਰੇ ਹੀ ਮਾੜੇ ਅਸਰਾਂ ਨੇ ਉਸ ਦੀ ਸੋਚ ਨੂੰ ਧੁੰਦਲਾ ਕੀਤਾ ਹੋਇਆ ਸੀ। ਮੇਰਾ IQ ਹੇਠਾਂ ਚਲਾ ਗਿਆ ਸੀ। ਮੈਨੂੰ ਆਪਣਾ ਆਪ ਮੂਰਖ ਜਾਪਦਾ। ਉਸਨੇ ਦਿਲ ਨਾ ਛੱਡਿਆ। ਜਨਵਰੀ 1997 ਵਿੱਚ ਹਸਪਤਾਲ ਨੇ ਗੌਫਰ ਨੂੰ ਘਰ ਭੇਜ ਦਿੱਤਾ ਅਤੇ ਛੇਤੀ ਹੀ ਉਸ ਤੋਂ ਬਾਅਦ ਉਸ ਆਪਣੀਆਂ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ। ਇਸ ਤੋਂ ਚੰਗਾ ਫੈਸਲਾ ਨਹੀਂ ਸੀ ਕਦੇ ਕੋਈ ਕੀਤਾ ਹੋਣਾ ਉਸਨੇ। ਜਿਵੇਂ ਜਿਵੇਂ ਦਿਮਾਗ ਤੋਂ ਬੱਦਲਵਾਈ ਜਿਹੀ ਉੱਠਣ ਲੱਗੀ, ਗੌਫਰ ਸੋਚਣ ਲੱਗਾ ਕਿ ਉਹ ਆਪਣੇ ਇਸ ਹਾਲ ਬਾਰੇ ਕੀ ਕਰ ਸਕਦਾ ਹੈ। ਮੈਂ ਮੁੜ ਤੋਂ ਇੱਕ ਇਨਸਾਨ ਬਣ ਗਿਆ ਸੀ, ਉਹ ਕਹਿੰਦਾ ਹੈ। ਆਪਣੀ ਸੋਚਣ ਦੀ ਕਾਬਲੀਅਤ ਬਹਾਲ ਕਰਕੇ ਗੌਫਰ ਸਮਝਣ ਲੱਗਾ ਕਿ ਪੈਰਾਲਿਸਿਸ ਨੇ ਕਿਸ ਤਰ੍ਹਾਂ ਉਸ ਤੋਂ ਉਸਦੀ ਆਜ਼ਾਦੀ ਖੋਈ ਹੋਈ ਹੈ। ਜਿੰਨਾ ਹੀ ਵੱਧ ਉਹ ਸੋਚਦਾ, ਓਨਾ ਹੀ ਵੱਧ ਉਸਨੂੰ ਪੱਕਾ ਹੁੰਦਾ ਗਿਆ ਕਿ ਉਹ ਕੋਈ ਅਜਿਹਾ ਰਾਹ ਬਣਾਏ ਕਿ ਜਿਸ ਨਾਲ ਅੰਗਹੀਨ ਹੋ ਗਏ ਲੋਕ ਮੁੜ ਇੱਕ ਖੁਦਮੁਖਤਾਰੀ ਅਤੇ ਸਵੈਮਾਨ ਹਾਸਲ ਕਰ ਸਕਣ। ਮੈਨੂੰ ਪ੍ਰੇਰਨਾ ਇੱਥੋਂ ਮਿਲਦੀ ਸੀ ਕਿ ਅੰਗਹੀਨ ਜਣੇ ਜਾਂ ਜਣੀ ਨੂੰ ਕੋਈ ਅਜਿਹੀ ਸੰਪੂਰਨ ਮਸ਼ੀਨ ਦੇਵਾਂ ਕਿ ਉਹ ਇਹ ਵਰਤ ਫਿਲਮ ਦੇਖਣ ਜਾ ਸਕੇ ਜਾਂ ਨਾਟਕ ਜਾਂ ਕਿਸੇ ਹੋਟਲ, ਬਿਨਾਂ ਪਹਿਲਾਂ ਇਹ ਪੁੱਛਿਆ ਕਿ ਉੱਥੇ ਪੌੜੀਆਂ ਹਨ। ਉਹ ਇਹ ਵੀ ਚਾਹੁੰਦਾ ਸੀ ਕਿ ਅੰਗਹੀਨਾਂ ਦੀ ਇਸ ਵਿੱਚ ਮਦਦ ਕਰੇ ਕਿ ਉਹ ਆਪਣੇ ਪਿਆਰਿਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਪੱਧਰ 'ਤੇ ਦੇਖ ਮਿਲ ਸਕਣ, ਜਿਸ ਚੀਜ਼ ਨੂੰ ਕਿ ਬਹੁਤੇ ਲੋਕਾਂ ਕਦੇ ਗੌਲਿਆ ਹੀ ਨਹੀਂ ਹੁੰਦਾ ਕਿ ਇਹ ਕਿੰਨੀ ਜ਼ਰੂਰੀ ਹੁੰਦੀ ਹੈ। ਉਸ ਦੀ ਆਪਣੀ ਹਾਲਤ ਦੇ ਬਾਵਜੂਦ ਗੌਫਰ ਨੂੰ ਇਸ ਮੁਸ਼ਕਿਲ ਨੂੰ ਹੱਲ ਕਰਨ ਦਾ ਜਨੂੰਨ ਹੋ ਗਿਆ। ਵੀਲ ਚੇਅਰ 'ਚ ਬਸ ਜੀਵੀ ਜਾਣਾ ਉਸ ਨੂੰ ਲੱਗਦਾ ਸੀ ਬਥੇਰਾ ਨਹੀਂ ਹੁੰਦਾ। ਬਿਨ ਪਹੀਆ ਇਨਕਲਾਬ। ਬਹੁਤ ਪਹਿਲੀਆਂ ਵੀਲ ਚੇਅਰਾਂ ਕੁਰਸੀਆਂ ਤਾਂ ਹੁੰਦੀਆਂ ਹੀ ਨਹੀਂ ਸਨ। ਇਹ ਤਾਂ ਵੀਲ ਬੈਰੋ, ਬਾਗਬਾਨੀ ਲਈ ਵਰਤੇ ਜਾਂਦੇ ਦੁਪਹੀਏ ਰੇਹੜੇ ਹੁੰਦੀਆਂ ਸਨ, ਜੋ ਕਿ ਚੀਨ 'ਚ ਦੂਜੀ ਸਦੀ ਵਿੱਚ ਸਾਹਮਣੇ ਆਈ ਕਾਢ ਸੀ। ਅੱਜ ਵਰਗੀ ਵੀਲ ਚੇਅਰ ਦੀ ਇੱਕ ਤਸਵੀਰ ਚੀਨ ਵਿੱਚ 525 ਵਿੱਚ ਖੁਣੀ ਗਈ ਦੇਖੀ ਗਈ। ਅਗਲੇ ਕੋਈ 1000 ਸਾਲ ਉਸ ਦੇਸ਼ ਤੋਂ ਬਾਹਰ ਕਿਸੇ ਵੀ ਥਾਂ ਵੀਲ ਚੇਅਰ ਦਾ ਕੋਈ ਰਿਕਾਰਡ ਨਹੀਂ ਲੱਭਦਾ। ਜਦੋਂ ਫਿਰ ਕਿਸੇ ਕਲਾਕਾਰ ਨੇ ਸਪੇਨ ਦੇ ਰਾਜੇ ਫਿਲਿਪ 1527-1598 ਤੱਕ ਜੀਵਿਆ ਦਾ ਇੱਕ ਵੀਲ ਚੇਅਰ ਵਰਤਦੇ ਦਾ ਸਕੈਚ ਬਣਾਇਆ ਸੀ, ਉਦੋਂ ਤੋਂ ਕਾਢਕਾਰ ਇਸ ਵਿਚਾਰ ਨਾਲ ਖੇਡਦੇ ਰਹੇ ਹਨ ਅਤੇ ਉਹਨਾਂ ਆਰਾਮ ਅਤੇ ਤੋਰੇ ਫੇਰੇ ਨੂੰ ਵਧਾਉਣ ਦੇ ਤਰੀਕੇ ਅਜ਼ਮਾਏ, ਪਰ ਬੁਨਿਆਦੀ ਖਿਆਲ ਢਾਂਚਾ ਉਹੀ ਕਾਇਮ ਰਿਹਾ ਹੈ। 1990ਵਿਆਂ ਵਿੱਚ ਆ ਕੇ ਵੀਲ ਚੇਅਰ 'ਚ ਕੋਈ ਤਬਦੀਲੀ ਕਰਨ ਦੀਆਂ ਕੁਝ ਥੋੜ੍ਹੀਆਂ ਜਿਹੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਹੋਈ। ਉਦੋਂ ਡੀਨ ਕੈਮਨ ਨਾਂ ਦੇ ਇੱਕ ਕਾਢਕਾਰ ਨੇ ਜੌਨਸਨ ਐਂਡ ਜੌਨਸਨ ਨਾਲ ਰਲ ਕੇ ਆਈਬੋਟ ਬਣਾਈ, ਇੱਕ ਅਜਿਹੀ ਵੀਲ ਚੇਅਰ ਜੋ ਕਿ ਕਿਹਾ ਗਿਆ ਕਿ 2 ਪਹੀਆਂ 'ਤੇ ਉੱਚੀ ਹੋ ਸਕਦੀ ਸੀ, ਪੌੜੀਆਂ ਚੜ੍ਹ ਉਤਰ ਸਕਦੀ ਸੀ ਅਤੇ ਰੇਤ, ਬਜਰੀ ਅਤੇ ਪਾਣੀ ਵਿੱਚੋਂ ਦੀ ਲੰਘ ਸਕਦੀ ਸੀ। ਆਈਬੋਟ ਪਰ ਕਾਮਯਾਬ ਨਾ ਹੋਈ। ਇਸ ਦੀ $25,000 ਦੀ ਕੀਮਤ ਬਹੁਤ ਹੀ ਵੱਧ ਸੀ ਅਤੇ ਇਹ ਕਾਢ ਆਪਣੇ ਐਲਾਨ 'ਤੇ ਪੂਰੀ ਵੀ ਨਾ ਉਤਰੀ। ਪੌੜੀਆਂ ਚੜ੍ਹਨਾ ਤਾਂ ਕੁਝ ਵਧੇਰੇ ਹੀ ਔਖਾ ਰਿਹਾ। ਜਦੋਂ ਗੌਫਰ ਨੇ ਵੀਲ ਚੇਅਰ ਦਾ ਇਤਿਹਾਸ ਲੱਭਣਾ ਸ਼ੁਰੂ ਕੀਤਾ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਨਸਾਨਾਂ ਨੇ ਇਸ ਵਿੱਚ ਕੁਝ ਨਵਾਂ ਲਿਆਉਣ ਵੱਲੋਂ ਇੰਨਾ ਘੱਟ ਹੀਲਾ ਕੀਤਾ ਸੀ। ਇਹ ਸਹੀ ਸੀ ਕਿ ਅਸੀਂ ਪੈਰਾਲਾਈਜ਼ ਹੋਇਆਂ ਦੀ ਮਦਦ ਕਰਨ ਦੇ ਢੰਗ ਤਰੀਕੇ ਲੱਭੇ ਸਨ। ਅਸੀਂ ਦਿਮਾਗ ਬਾਰੇ ਬਹੁਤ ਹੀ ਜ਼ਿਆਦਾ ਸਿੱਖ ਚੁੱਕੇ ਸੀ ਅਤੇ ਸਟੈਮ ਸੈੱਲਾਂ ਅਤੇ ਰੀੜ੍ਹ ਦੀਆਂ ਸੱਟਾਂ ਬਾਰੇ ਬਹੁਤ ਹੀ ਜ਼ਰੂਰੀ ਕਿਸਮ ਦੀ ਖੋਜ ਪੜਤਾਲ ਕੀਤੀ ਸੀ, ਪਰ ਇਹਨਾਂ ਵਿੱਚੋਂ ਕਿਸੇ ਕਦੇ ਵੀ ਕਿਸੇ ਦੀ ਵੀ ਮੁੜ ਤੁਰ ਸਕਣ ਵਿੱਚ ਮਦਦ ਨਹੀਂ ਕੀਤੀ। ਨਾ ਹੀ ਇਸਨੇ ਵੀਲ ਚੇਅਰਾਂ ਕਰਕੇ ਹੋ ਜਾਣ ਵਾਲੀਆਂ ਔਖਾਂ ਜਿਵੇਂ ਖੂਨ ਦਾ ਦੌਰਾ ਮਾੜਾ ਹੋ ਜਾਣਾ, ਹੱਡੀਆਂ ਦੀ ਘਣਤਾ ਦਾ ਘਟ ਜਾਣਾ, ਪਿਸ਼ਾਬ ਦੀ ਨਲੀ ਦੀਆਂ ਲਾਗਾਂ, ਸਰੀਰ ਦੇ ਪੱਠਿਆਂ ਦਾ ਕਮਜ਼ੋਰ ਪੈਣਾ ਅਤੇ ਦਬਾਅ ਕਰਕੇ ਜ਼ਖਮਾਂ ਦਾ ਹੋ ਜਾਣਾ ਘਟਾਇਆ ਹੈ। ਗੌਫਰ ਜੋ ਇੱਕ ਕਾਮਯਾਬ ਵਿਦਵਾਨ ਸੀ, ਜਿਸ ਨੇ ਕਿ ਇਜ਼ਰਾਈਲ ਅਤੇ ਅਮਰੀਕਾ ਵਿੱਚ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਪੜ੍ਹੀ ਹੋਈ ਸੀ, ਨੂੰ ਭਰੋਸਾ ਸੀ ਕਿ ਉਹ ਅੰਗਹੀਨਾਂ ਦੀ ਮਦਦ ਦੇ ਲਈ ਇੱਕ ਨਵੀਂ ਕਿਸਮ ਦੇ ਜੰਤਰ ਦੀ ਕਾਢ ਕੱਢ ਸਕੇਗਾ। ਉੱਧਰ 1990ਵਿਆਂ ਵਿੱਚ ਰੋਬੋਟਿਕਸ ਇੰਡਸਟਰੀ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਮੱਲਾਂ ਮਾਰੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਹੀ ਇੱਕ ਸੀ ਪਹਿਲੇ ਸੱਚਮੁੱਚ ਦੇ ਬੁੱਧੀ ਰੱਖਦੇ ਰੋਬੋਟ ਅਤੇ ਉਹਨਾਂ ਦੀ ਹਿਲਜੁਲ ਨੂੰ ਕੰਟਰੋਲ ਕਰਨ ਦੀ ਕਾਬਲੀਅਤ।
ਗੌਫਰ ਨੂੰ ਲੱਗਦਾ ਸੀ ਕਿ ਇਹ ਜੋ ਤਰੱਕੀਆਂ ਹੋਈਆਂ ਸਨ, ਇਹਨਾਂ ਤੋਂ ਉਸਨੂੰ ਇੱਕ ਅਜਿਹਾ ਜੰਤਰ ਬਣਾ ਲੈਣ 'ਚ ਮਦਦ ਮਿਲੇਗੀ, ਜੰਤਰ ਯਾਨੀ ਰੀਚਾਰਜ ਹੋ ਸਕਦੀਆਂ ਬੈਟਰੀਆਂ ਦੀ ਮੋਟਰ ਵਾਲਾ ਇੱਕ ਹੌਲੇ ਜਿਹੇ ਭਾਰ ਵਾਲਾ ਸੂਟ, ਜਿਸ ਨੂੰ ਪਹਿਨ ਕੇ ਕੋਈ ਪੈਰਾਪਲੈਜਿਕ ਮੁੜ ਕੇ ਤੁਰਨ ਜੋਗਾ ਹੋ ਜਾਏਗਾ। ਉਸਨੇ ਆਪਣੀ ਖੋਜ ਇਹ ਤੈਅ ਕਰਨ ਨਾਲ ਸ਼ੁਰੂ ਕੀਤੀ ਕਿ ਕਿਸੇ ਇਨਸਾਨ ਨੂੰ ਪੌੜੀਆਂ ਚੜ੍ਹਨ ਅਤੇ ਉਤਰਨ ਲਈ ਕਿੰਨੀ ਕੁ ਊਰਜਾ ਐਨਰਜੀ ਚਾਹੀਦੀ ਹੁੰਦੀ ਹੈ। ਮੈਨੂੰ ਡਰ ਸੀ ਕਿ ਜਵਾਬ ਹੋਏਗਾ ਕਿ ਰੇਹੜੀ ਭਰ ਕੇ ਬੈਟਰੀਆਂ ਦੀ ਲੋੜ ਪੈਣੀ ਹੈ, ਉਹ ਕਹਿੰਦਾ ਹੈ, ਜਾਂ ਕਿਸੇ ਕਿਸਮ ਦਾ ਨਿੱਕਾ ਟਰੱਕ ਜੋ ਕਿਸੇ ਇਨਸਾਨ ਨੂੰ ਧੱਕ ਰਿਹਾ ਹੋਏ। ਪਰ ਗੌਫਰ ਨੂੰ ਪੱਕਾ ਹੋ ਗਿਆ ਕਿ ਸਿਰਫ ਇੱਕ ਛੋਟੀ ਜਿਹੀ ਬੈਟਰੀ ਦੀ ਹੀ ਲੋੜ ਪੈਣੀ ਹੈ। ਆਪਣੀ ਸੱਟ ਦੇ ਕੋਈ 1 ਸਾਲ ਬਾਅਦ ਇੰਟਰਨੈੱਟ 'ਤੇ ਫੋਲਾ-ਫਾਲੀ ਕਰਦੇ ਨੂੰ ਉਸਨੂੰ ਇੱਕ ਫੁਰਨਾ ਫੁਰਿਆ ਸੀ। ਸ਼ਾਇਦ ਅੰਗਹੀਨ ਹੋਏ ਲੋਕ ਕੋਈ ਖੋਲ ਜਾਂ ਬਾਹਰਲਾ ਪਿੰਜਰ ਐਕਸੋਸਕੈਲੇਟਨ ਵਰਤ ਕੇ ਮੁੜ ਤੁਰ ਸਕਣ। ਜਾਨਵਰ ਕੰਡਿਆਲੇ, ਚੂਹੇ ਅਤੇ ਮੱਕੜੀਆਂ ਵਰਗੇ ਹਰ ਵੇਲੇ ਇਹੋ ਤਾਂ ਕਰ ਰਹੇ ਹੁੰਦੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਵੀ ਕਦੇ ਵੀ ਇਹ ਖਿਆਲ ਨਾ ਆਇਆ ਹੋਏ? ਉਹ ਹੈਰਾਨ ਸੀ। ਉਸਨੇ ਕਾਹਲੀ ਖਿਆਲ ਚਾਹੁੰਦੇ ਨਮੂਨਿਆਂ ਦੇ ਸਕੈਚ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਸ ਖਿਆਲ ਨੂੰ ਕਿਸ ਤਰ੍ਹਾਂ ਅਸਲੀ ਜਾਮਾ ਪਵਾਇਆ ਜਾ ਸਕਦਾ ਹੈ। 2004 ਵਿੱਚ ਇਹ ਵਿਚਾਰ ਆਉਣ ਤੋਂ 7 ਸਾਲ ਬਾਅਦ ਗੌਫਰ ਨੇ ਆਪਣਾ ਪਹਿਲਾ ਜੰਤਰ ਸਿਰਜ ਲਿਆ ਸੀ। ਇੱਕ ਬਾਹਰਲਾ ਪਿੰਜਰ ਜੋ ਵਰਤਣ ਵਾਲੇ ਦੀਆਂ ਲੱਤਾਂ ਨੂੰ ਘੁੱਟ ਕੇ ਫੜੀ ਰੱਖਦਾ ਹੈ ਅਤੇ ਨਾਲ ਹੁੰਦੀਆਂ ਹਨ ਫੌੜੀਆਂ ਤਾਂ ਕਿ ਉਹ ਤੁਰਦਾ ਹੋਇਆ ਡੋਲੇ ਨਾ। ਇਸ ਨੂੰ ਵਰਤਣ ਵਾਲਿਆਂ ਆਪਣੇ ਗੁੱਟਾਂ 'ਤੇ ਇੱਕ ਰਿਮੋਟ ਕੰਟਰੋਲ ਪਹਿਨਿਆ ਹੁੰਦਾ ਹੈ, ਆਪਣੀ ਹਿਲਜੁਲ ਉੱਤੇ ਕੰਟਰੋਲ ਰੱਖਣ ਲਈ। ਜਦੋਂ ਤੁਰ ਰਹੇ ਹੁੰਦੇ ਹਨ, ਇੱਕ ਟਿਲਟ ਸੈਂਸਰ ਇਹ ਯਕੀਨੀ ਬਣਾਉਂਦਾ ਹੈ ਕਿ ਛਾਤੀ ਸਿੱਧੀ ਅਤੇ ਸਮਤੋਲ ਤਵਾਜ਼ਨ 'ਚ ਰਹੇ, ਜਿਸ ਨਾਲ ਕਿ ਉਹ ਬਿਨਾਂ ਡਿੱਗੇ ਤੁਰ ਸਕਦੇ ਹੁੰਦੇ ਹਨ। ਫੌੜੀਆਂ ਉਹਨਾਂ ਨੂੰ ਪੌੜੀਆਂ ਉਤਰਨ ਚੜ੍ਹਨ ਅਤੇ ਆਪਣਾ ਭਾਰ ਸਾਂਭਣ 'ਚ ਸਹਾਈ ਰਹਿੰਦੀਆਂ ਹਨ। ਗੌਫਰ ਨੇ ਆਪਣੀ ਕਾਢ ਦਾ ਨਾਂ ਰੀਵਾਕ ਮੁੜ ਤੁਰਨ ਰੱਖਿਆ ਅਤੇ ਇਸ ਦੀ ਪਰਖ ਕਰਨ ਦਾ ਫੈਸਲਾ ਕੀਤਾ। ਉਸਨੇ ਇਹ ਜੰਤਰ ਆਪਣੇ ਘਰ ਦੇ ਦਰਵਾਜ਼ੇ ਤੱਕ ਆਉਂਦੇ ਰਾਹ 'ਚ ਸੈੱਟ ਕੀਤਾ। 2 ਪੈਰਾਪਲੈਜਿਕ ਅਤੇ 1 ਕੁਆਡਰੀਪਲੈਜਿਕ ਇਸ ਪਰਖ ਦਾ ਵਿਸ਼ਾ ਬਣਨ ਦੇ ਲਈ ਅੱਗੇ ਆਏ। ਉਸ ਦੇ ਬੱਚਿਆਂ ਨੇ ਇੱਕ ਪੈਰਾਪਲੈਜਿਕ ਨੂੰ ਪਹਿਲੇ ਰੀਵਾਕ ਦੀਆਂ ਬੱਦਰੀਆਂ ਬੰਨ੍ਹ ਕੇ ਲੈਸ ਕਰ ਦਿੱਤਾ ਅਤੇ ਪਲੱਗ ਲਾ ਦਿੱਤਾ। ਜੇ ਪਰਖ ਕਰਾਉਣ ਵਾਲਾ ਡਿੱਗਦਾ ਤਾਂ ਉਸ ਹਾਲਤ ਵਿੱਚ ਝੱਟ ਪਲੱਗ ਲਾਉਣ ਨੂੰ ਉਸਦਾ ਪੁੱਤਰ ਤਾਰ ਦੇ ਨੇੜੇ ਹੀ ਖੜ੍ਹਾ ਸੀ। ਉਸਦੀ ਬੇਟੀ ਕੋਲ ਟਿਲਟ ਸੈਂਟਰ ਦਾ ਕੰਟਰੋਲ ਸੀ। ਗੌਫਰ ਨੇ ਆਪਣੀ ਬਾਂਹ ਦੀ ਥੋੜ੍ਹੀ ਜਿਹੀ ਰਹਿ ਗਈ ਹੋਈ ਹਰਕਤ ਨਾਲ ਮਸ਼ੀਨ ਚਾਲੂ ਕਰ ਦਿੱਤੀ ਅਤੇ ਫਿਰ ਇਹ ਕੁਝ ਵਾਪਰਿਆ। ਉਸ ਪੈਰਾਪਲੈਜਿਕ ਨੇ ਇੱਕ ਕਦਮ ਲਿਆ, ਫਿਰ ਇੱਕ ਹੋਰ ਅਤੇ ਫਿਰ ਕੁਝ ਹੋਰ। ਗੌਫਰ ਦਾ ਉਸਦੇ ਕਦਮਾਂ ਵੱਲ ਧਿਆਨ ਜੁੜਿਆ ਹੋਣ ਕਰਕੇ ਉਸਨੇ ਵੇਖਿਆ ਹੀ ਨਾ ਕਿ ਉਹ ਪੈਰਾਪਲੈਜਿਕ ਰੋ ਰਿਹਾ ਸੀ। ਇੰਨੀ ਹੇਠੀ ਮਹਿਸੂਸ ਹੋਈ। ਅਗਲੇ 2 ਸਾਲ ਗੌਫਰ ਇਸ ਜੰਤਰ 'ਤੇ ਕੰਮ ਕਰਦਾ ਰਿਹਾ। ਉਸਨੇ ਇਹ ਪੱਕਾ ਕੀਤਾ ਕਿ ਇਹ ਬਿਨਾਂ ਰੀਚਾਰਜ ਕੀਤੇ 4 ਘੰਟੇ ਚੱਲ ਸਕੇ, ਉਸ ਤੋਂ ਕਿਤੇ ਵੱਧ ਸਮੇਂ ਲਈ ਕਿ ਜਿੰਨਾ ਲੋਕ ਆਮ ਤੌਰ 'ਤੇ ਤੁਰਦੇ ਹਨ। ਅਤੇ ਹਾਲਾਂਕਿ ਭਾਰ ਵੱਲੋਂ ਸ਼ੁਰੂਆਤੀ ਰੀਵਾਕ 50 ਪਾਉਂਡ ਕੋਈ 23 ਕਿਲੋ ਤੋਂ ਵੱਧ ਹੁੰਦੇ ਸਨ, ਗੌਫਰ ਨੇ ਇਸ ਨੂੰ ਹੋਰ ਹੌਲਾ ਅਤੇ ਵਰਤਣ ਵਾਲੇ ਲਈ ਵਧੇਰੇ ਸੌਖਾ ਬਣਾਉਣ ਦੇ ਰਾਹ ਲੱਭੇ। ਸ਼ੁਰੂ ਵਿੱਚ ਗੌਫਰ ਨੇ ਆਪਣੀ ਕਾਢ ਨਾਲ ਜੁੜਿਆ ਹਰ ਖਰਚਾ ਪੱਲਿਓਂ ਕੀਤਾ, ਪਰ 2006 ਵਿੱਚ ਉਸ ਨੂੰ ਇਜ਼ਰਾਈਲ ਦੀ ਮਾਣਮੱਤੀ ਟੈਕੀਓਨ ਇਨਕਿਊਬੇਟਰ ਨੇ ਆਪਣੇ ਨਾਲ ਜੋੜ ਲਿਆ, ਜੋ ਕਿ ਨਵੇਂ ਫੁਰਨਿਆਂ ਨਾਲ ਨਵੀਆਂ ਚੱਲੀਆਂ ਯਾਨੀ ਸਟਾਰਟਅਪਸ ਅਤੇ ਪਹਿਲੇ ਦੌਰ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਪੈਸਾ, ਸਰਪ੍ਰਸਤੀ, ਸਿਖਲਾਈ ਵਗੈਰਾ ਵੱਲੋਂ ਮਦਦ ਕਰਦੀ ਹੈ। ਉਸਨੂੰ ਇਜ਼ਰਾਈਲੀ ਸਰਕਾਰ ਦੇ ਇੱਕ ਪ੍ਰੋਗਰਾਮ ਤਨੂਫਾ ਇਨਸੈਂਟਿਵ ਪ੍ਰੋਗਰਾਮ ਤੋਂ ਵੀ ਗ੍ਰਾਂਟ ਮਿਲੀ। ਜੇ ਕੋਈ ਕੰਪਨੀ ਸਫਲ ਹੋ ਜਾਏ ਤਾਂ ਇਹ ਗ੍ਰਾਂਟ ਮੋੜਿਆ ਜਾਣ ਵਾਲਾ ਇੱਕ ਕਰਜ਼ਾ ਸਮਝੀ ਜਾਂਦੀ ਹੈ। ਜੇ ਕੰਪਨੀ ਫੇਲ ਹੋ ਜਾਏ ਤਾਂ ਦੇਸ਼ ਉਸ ਨੁਕਸਾਨ ਨੂੰ ਝੱਲਦਾ ਹੈ। ਦੋਏ ਹਾਲਤਾਂ ਵਿੱਚ ਸਰਕਾਰ ਉਸ ਨਵੀਂ ਤਰ੍ਹਾਂ ਦੀ ਨਵੀਂ ਜੰਮੀ ਕੰਪਨੀ ਵਿੱਚੋਂ ਕੋਈ ਹਿੱਸਾ ਨਹੀਂ ਲੈਂਦੀ। ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਫਾਇਦਾ ਹੈ ਇਸ ਨਾਲ ਦੂਰ ਦੂਰ ਤੱਕ ਬਣਦੀ ਇੱਕ ਪਹੁੰਚ। ਤਨੂਫਾ ਨੇ ਗੌਫਰ ਦਾ ਨਾਤਾ ਇਜ਼ਰਾਈਲ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਰੌਸ਼ਨ ਲੋਕਾਂ ਦੇ ਤਾਣੇ ਬਾਣੇ ਨਾਲ ਜੋੜ ਦਿੱਤਾ, ਜਿਨ੍ਹਾਂ ਨਾਲ ਕਿ ਉਹ ਵਿਚਾਰ ਸਾਂਝੇ ਕਰ ਸਕਦਾ ਸੀ ਅਤੇ ਜਿਨ੍ਹਾਂ ਤੋਂ ਉਸਨੂੰ ਸਲਾਹ ਮਿਲ ਸਕਦੀ ਸੀ। ਪਰ ਫਿਰ ਵੀ ਇਹ ਜੰਤਰ ਉਸ ਤਰ੍ਹਾਂ ਕਾਮਯਾਬ ਨਹੀਂ ਸੀ ਹੋ ਪਾ ਰਿਹਾ ਜਿਸ ਤਰ੍ਹਾਂ ਗੌਫਰ ਨੂੰ ਉਮੀਦ ਸੀ।
ਸ਼ਾਇਦ ਆਈਬੋਟ ਦੇ ਫੇਲ ਹੋ ਜਾਣ ਕਰਕੇ ਉਸ ਦੇ ਕਈ ਸਮਕਾਲੀਆਂ ਨੂੰ ਲੱਗਦਾ ਸੀ ਕਿ ਰੀਵੌਕ ਕਦੇ ਨਹੀਂ ਚੱਲੇਗੀ। ਉਸ ਦੀ ਸਭ ਤੋਂ ਵੱਡੀ ਨਿਰਾਸ਼ਾ ਉਸ ਨੂੰ 2006 ਵਿੱਚ ਉਦੋਂ ਹੋਈ ਜਦੋਂ ਉਹ ਜ਼ਿਊਰਿਖ ਵਿੱਚ ਹੋ ਰਹੀ ਇੱਕ ਰੋਬੋਟਿਕਸ ਕਾਨਫਰੰਸ ਵਿੱਚ ਬੋਲ ਰਿਹਾ ਸੀ। ਆਪਣੇ ਭਾਸ਼ਣ ਦੇ ਦੌਰਾਨ ਉਸਨੇ ਇੱਕ ਅੰਗਹੀਨ ਹੋਈ ਔਰਤ ਦੀਆਂ ਰੀਵੌਕ ਵਰਤਦੀ ਦੀਆਂ ਵੀਡੀਓ ਕਲਿੱਪਾਂ ਦਿਖਾਈਆਂ। ਕਾਨਫਰੰਸ ਵਿੱਚ ਹਿੱਸਾ ਲੈਂਦਿਆਂ 'ਚੋਂ ਕਈ ਜਾਂ ਤਾਂ ਮੰਨਣੋਂ ਆਕੀ ਸਨ ਅਤੇ ਜਾਂ ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਇਹ ਕਲਿੱਪ ਝੂਠੀ ਸੀ। ਬਾਅਦ ਵਿੱਚ ਗੌਫਰ ਨੇ ਡਾਕਟਰ ਜ਼ੇਵ ਰਾਈਮਰ, ਕਾਨਫਰੰਸ ਦੇ ਚੇਅਰਮੈਨ ਅਤੇ ਨਾਰਥ ਵੈਸਟਰਨ ਯੂਨੀਵਰਸਿਟੀ ਵਿੱਚ ਸਰੀਰਕ ਦਵਾਈ ਅਤੇ ਮੁੜ ਬਹਾਲੀ ਦੇ ਪ੍ਰੋਫੈਸਰ ਨੂੰ ਇੱਕ ਹੋਰ ਵੀਡੀਓ ਭੇਜੀ। ਰਾਈਮਰ ਨੇ ਸਖਤ ਜਿਹਾ ਜਵਾਬ ਦਿੱਤਾ ਸੀ, ਕੀ ਮੈਨੂੰ ਇਸ ਦੀ ਵੀਡੀਓ ਕਲਿੱਪ ਮਿਲ ਸਕਦੀ ਹੈ ਕਿ ਇਹ ਪਰਖ ਵਾਲੀ ਔਰਤ ਇਸ ਜੰਤਰ ਤੋਂ ਬਿਨਾਂ ਕਿਸ ਤਰ੍ਹਾਂ ਤੁਰਦੀ ਹੈ। ਇੰਨੀ ਹੇਠੀ ਮਹਿਸੂਸ ਹੋਈ, ਗੌਫਰ ਕਹਿੰਦਾ ਹੈ, ਪਰ ਉਹ ਡੋਲਿਆ ਨਾ। ਅਖੀਰ 4 ਸਾਲਾਂ ਬਾਅਦ ਆਪਣੇ ਜੰਤਰ ਨੂੰ ਸੋਧ ਗੌਫਰ ਦੀ ਇਸ 'ਤੇ ਪਕੜ ਹੋਰ ਵੱਧ ਗਈ। ਅਗਸਤ 2010 ਵਿੱਚ ਉਸਨੇ ਨਿਊਯਾਰਕ ਦੇ ਵੈਟਰਨਜ਼ ਅਫੇਅਰਸ ਰਿਹੈਬਿਲਿਟੇਸ਼ਨ ਰਿਸਰਚ ਐਂਡ ਡਿਵੈਲਪਮੈਂਟ ਨੈਸ਼ਨਲ ਸੈਂਟਰ ਆਫ ਐਕਸਲੈਂਸ ਫਾਰ ਦ ਮੈਡੀਕਲ ਕੌਨਸੀਕੁਐਂਸਿਸ ਆਫ ਸਪਾਈਨਲ ਕਾਰਡ ਇੰਜਰੀ ਨਾਲ ਰਾਬਤਾ ਕੀਤਾ। ਇਹ ਕੇਂਦਰ ਇਸ ਖੇਤਰ ਵਿੱਚ ਇੱਕ ਆਗੂ ਸੀ ਅਤੇ ਉਹ ਇਸ ਦੇ ਸਭ ਤੋਂ ਉਤਲੇ ਮਾਹਿਰਾਂ ਵਿੱਚੋਂ ਡਾਕਟਰ ਵਿਲੀਅਮ ਬਾਊਮੈਨ ਅਤੇ ਡਾਕਟਰ ਐਨ ਸਪੰਜਨ ਨੂੰ ਰੀਵੌਕ ਦਿਖਾਉਣਾ ਚਾਹੁੰਦਾ ਸੀ। ਇਹ ਚੀਜ਼ਾਂ ਕਿਹੜਾ ਚੱਲਣੀਆਂ ਹੁੰਦੀਆਂ ਹਨ। ਸਪੰਜਨ ਨੂੰ ਚੇਤੇ ਹੈ ਕਿ ਉਹ ਇਹ ਸੋਚ ਰਹੀ ਸੀ। ਸਾਨੂੰ ਸਾਫ਼ ਲੱਗਾ ਕਿ ਇਹ ਲੋਕ ਆਪਣੀ ਕਾਬਲੀਅਤ ਨੂੰ ਵਧਾ ਕੇ ਪੇਸ਼ ਕਰ ਰਹੇ ਹਨ। ਉਧਰ ਗੌਫਰ ਨੂੰ ਲੱਗਾ ਕਿ ਉਹ ਕੁਝ ਕਹਿ ਨਹੀਂ ਰਹੀ ਸੀ, ਪਰ ਫਿਰ ਵੀ ਉਹ ਨਿਊਯਾਰਕ ਗਿਆ ਸਪੰਜਨ ਨੂੰ ਗਲਤ ਸਾਬਤ ਕਰਨ। ਉਹ ਮਿਲੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਜਿੱਥੇ ਮਰੀਜ਼ ਫੁੱਟਬਾਲ ਦੇਖਦੇ ਹਨ, ਪੂਲ ਖੇਡਦੇ ਹਨ ਅਤੇ ਉਂਝ ਹੀ ਆਏ ਹੁੰਦੇ ਹਨ। ਆਪਣੀਆਂ ਅੱਖਾਂ ਨਾਲ ਇੱਕ ਜਿਉਂਦੀ ਪੇਸ਼ਕਾਰੀ ਵੇਖਣ ਨੂੰ ਕੋਈ 25 ਜਣੇ ਇਕੱਠੇ ਹੋ ਗਏ ਸਨ। ਖੋਜੀ ਮੁਲਾਜ਼ਮ, ਡਾਕਟਰ, ਨਰਸਾਂ ਅਤੇ ਮਰੀਜ਼। ਜਦੋਂ ਰੀਵੌਕ ਨੂੰ ਚੱਲਦੇ ਰੂਪ ਵਿੱਚ ਵਿਖਾਰਿਆ ਜਣਾ ਕਮਰੇ ਵਿੱਚ ਇੱਕ ਪਾਸਿਓਂ ਦੂਜੇ ਪਾਸੇ ਗਿਆ, ਪੌੜੀਆਂ ਉਤਰਿਆ ਚੜ੍ਹਿਆ ਅਤੇ ਇੱਕ ਲੰਮਾ ਹਾਲ ਕਮਰਾ ਪਾਰ ਕੀਤਾ, ਤਾਂ ਵੀ ਸਪੰਜਨ ਨੇ ਸ਼ੱਕ ਦੀ ਨਿਗਾਹ ਨਾਲ ਹੀ ਇਹ ਸਭ ਕੁਝ ਵੇਖਿਆ। ਮੈਨੂੰ ਪੱਕਾ ਲੱਗਦਾ ਸੀ ਕਿ ਉਹ ਸੱਚਮੁੱਚ ਦਾ ਪੈਰਾਲਾਈਜ਼ ਹੈ ਹੀ ਨਹੀਂ ਸੀ, ਉਹ ਕਹਿੰਦੀ ਹੈ, ਕਿਉਂਕਿ ਉਹ ਤਾਂ ਇੰਨੀ ਚੰਗੀ ਤਰ੍ਹਾਂ ਤੁਰ ਰਿਹਾ ਸੀ। ਸਾਰੇ ਦੇ ਸਾਰੇ 25 ਦਰਸ਼ਕ ਉਸ ਆਦਮੀ ਦੇ ਮਗਰ ਤੁਰੇ ਜਾ ਰਹੇ ਸਨ। ਜਦੋਂ ਹਾਲ ਕਮਰਾ ਲੰਘ ਰਿਹਾ ਸੀ, ਸਾਰੇ ਮਰੀਜ਼ਾਂ ਤੋਂ ਲੈ ਕੇ ਨਰਸਾਂ ਤੱਕ ਬਸ ਉਸੇ ਨੂੰ ਟਿਕਟਿਕੀ ਲਾਈ ਦੇਖੀ ਹੀ ਜਾ ਰਹੇ ਸਨ। ਇਉਂ ਸੀ ਜਿਵੇਂ ਤੁਸੀਂ ਪਾਈਡ ਪਾਈਪਰ ਬੰਸਰੀ ਦੀ ਧੁਨ ਨਾਲ ਸਾਰੇ ਸ਼ਹਿਰ ਦੇ ਬਾਲਾਂ ਨੂੰ ਮੋਹ ਕੇ ਲੈ ਜਾਣ ਵਾਲੇ ਪਰੀ ਕਹਾਣੀ ਦੇ ਪਾਤਰ ਨੂੰ ਦੇਖ ਰਹੇ ਹੋਵੋ। ਸਪੰਜਨ ਕਹਿੰਦੀ ਹੈ, ਕਿਸੇ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ। ਪਰਖ ਦਿਖਾ ਰਹੇ ਜਣੇ ਨੇ ਜਦੋਂ ਬਾਹਰਲਾ ਪਿੰਜਰ ਲਾਇਆ ਤਾਂ ਸਪੰਜਨ ਨੇ ਉਸ ਦੇ ਪੈਰਾਂ ਨੂੰ ਲਟਕਦਿਆਂ ਅਤੇ ਬੇਦਮ ਹੋਏ ਦੇਖਿਆ, ਜੋ ਕਿ ਅਧਰੰਗ ਦੀ ਸਾਫ਼ ਨਿਸ਼ਾਨੀ ਹੁੰਦੀ ਹੈ। ਗੌਫਰ ਵੱਲੋਂ ਜੋ ਪੇਸ਼ ਕੀਤਾ ਗਿਆ ਸੀ ਉਹ ਕੋਈ ਧੋਖਾ ਜਾਂ ਫਰੇਬ ਨਹੀਂ ਸੀ। ਜਦੋਂ ਕਿਤੇ ਜਾ ਕੇ ਉਹ ਸੰਭਲ ਸਕੀ, ਸਪੰਜਨ ਨੇ ਉਸ ਕੇਂਦਰ ਦੇ ਚੇਅਰਮੈਨ ਬਾਊਮੈਨ ਵੱਲ ਨੂੰ ਮੁੜ ਕੇ ਕਿਹਾ, ਇਹ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਹੈ। ਵੱਖਰੀ ਕਿਸਮ ਦੀ ਲੰਮੀ ਦੌੜ। ਸਪੰਜਨ ਵੱਲੋਂ ਪਾਸ ਕੀਤੇ ਜਾਣਾ ਰੀਵੌਕ ਲਈ ਇੱਕ ਵੱਡਾ ਮੋੜ ਸੀ, ਪਰ ਇਸ ਜੰਤਰ ਨੂੰ ਬਹੁਤ ਉੱਤੇ ਲਿਜਾਣ ਵਾਲੀ ਇੱਕ ਕਮਾਲ ਦੀ ਹੋਰ ਤੀਵੀਂ ਸੀ, ਜਿਸ ਨੇ ਸਾਬਿਤ ਕਰ ਦਿੱਤਾ ਕਿ ਪੈਰਾਪਲੈਜਿਕ ਨਾ ਸਿਰਫ ਤੁਰ ਸਕਦੇ ਹਨ, ਉਹ ਦੌੜਾਂ ਵੀ ਲਾ ਸਕਦੇ ਹਨ। ਉਸ ਦਾ ਨਾਂ ਹੈ ਕਲੇਅਰ ਲੋਮਸ ਅਤੇ ਉਹ ਇੱਕ ਬਰਤਾਨਵੀ ਕੀਰੋਪ੍ਰੈਕਟਰ ਹੈ, ਯਾਨੀ ਸਰੀਰ ਦੇ ਪੱਠਿਆਂ ਨੂੰ ਹੱਥਾਂ ਨਾਲ ਟੋਹ ਕੇ ਅਤੇ ਸਰੀਰਕ ਕਸਰਤ ਨਾਲ ਤੰਤੂਆਂ ਦੇ ਵਿਗਾੜ ਨੂੰ, ਖਾਸ ਕਰ ਰੀੜ੍ਹ ਦੇ, ਠੀਕ ਕਰਨ ਵਾਲੀ, ਅਤੇ ਇੱਕ ਉਤਸ਼ਾਹੀ ਘੁੜਸਵਾਰ। ਮਈ 2007 ਦੀ ਗੱਲ ਹੈ ਕਿ ਉਹ UK ਵਿੱਚ ਔਸਬਰਟਨ ਹਾਰਸ ਟਰਾਇਲਸ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ ਤਾਂ ਉਸਦੇ ਘੋੜੇ ਰੋਲਡ ਓਟਸ ਦਾ ਇੱਕ ਦਰਖਤ ਨਾਲ ਮੋਢਾ ਕਸਰ ਗਿਆ ਅਤੇ ਲੋਮਸ ਉੱਡਦੀ ਹੋਈ ਕੁਝ ਝਾੜੀਆਂ ਵਿੱਚ ਜਾ ਪਈ ਸੀ। ਉੱਥੇ ਜ਼ਮੀਨ 'ਤੇ ਪਈ ਲੋਮਸ ਆਪਣੀਆਂ ਲੱਤਾਂ ਨਹੀਂ ਸੀ ਹਿਲਾ ਪਾ ਰਹੀ। ਬਾਅਦ 'ਚ ਉਸਨੂੰ ਪਤਾ ਲੱਗਾ ਸੀ ਕਿ ਉਸਦੀ ਗਰਦਨ ਦੀ ਹੱਡੀ, ਪਿੱਠ ਅਤੇ ਪਸਲੀਆਂ ਟੁੱਟ ਗਈਆਂ ਹਨ ਅਤੇ ਉਸਦੀ ਰੀੜ੍ਹ ਦੇ ਮਾਦੇ ਨੂੰ ਨੁਕਸਾਨ ਪੁੱਜਾ ਹੈ। ਡਾਕਟਰਾਂ ਉਸਦੀ ਰੀੜ੍ਹ ਨੂੰ ਦਰੁਸਤ ਕਰਨ ਦੇ ਲਈ ਉਸਦੀ ਪਿੱਠ ਵਿੱਚ ਟਾਈਟੈਨੀਅਮ ਦੇ ਸਰੀਏ ਪਾਏ, ਪਰ ਨੁਕਸਾਨ ਤਾਂ ਹੋ ਚੁੱਕਾ ਸੀ। ਉਸਦਾ ਲੱਕੋਂ ਹੇਠਾਂ ਸਰੀਰ ਮਾਰਿਆ ਜਾ ਚੁੱਕਾ ਸੀ। ਉਸਦੇ ਡਾਕਟਰਾਂ ਉਸਨੂੰ ਕਿਹਾ ਕਿ ਉਹ ਹੁਣ ਕਦੇ ਤੁਰ ਨਹੀਂ ਸਕੇਗੀ।
ਪਰ ਲੋਮਾਸ ਗੋਫਰ ਵਾਂਗ ਹੀ ਦ੍ਰਿੜ ਸੀ। ਆਨਲਾਈਨ ਲੱਭਦੀ ਨੂੰ ਉਸਨੂੰ ਰੀਵੌਕ ਦਾ ਪਤਾ ਲੱਗਾ। ਦੋਸਤਾਂ ਅਤੇ ਪਰਿਵਾਰ ਦੀ ਮਦਦ ਦੇ ਨਾਲ ਗੋਫਰ ਦਾ ਇੱਕ ਜੰਤਰ ਖਰੀਦਣ ਲਈ ਉਸਨੇ ਕੋਈ $70,000 ਜੋੜ ਲਿਆ। ਉਸਨੇ ਰੀਵੌਕ ਦੇ ਨਾਲ ਅਭਿਆਸ ਕੀਤਾ ਅਤੇ ਬਾਕਾਇਦਗੀ ਦੇ ਨਾਲ ਉਹ ਲਾਈਸੈਸਟਰਸ਼ਾਇਰ ਤੋਂ ਯਾਰਕਸ਼ਾਇਰ ਦੇ ਈਸਟ ਰਾਈਡਿੰਗ ਤੱਕ ਦਾ ਸਫ਼ਰ ਕਰਦੀ ਹੁੰਦੀ ਸੀ ਤਾਂ ਕਿ ਇਸ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖ ਸਕੇ। 4 ਮਹੀਨਿਆਂ ਬਾਅਦ ਉਹ ਇੰਨੀ ਮਾਹਿਰ ਹੋ ਗਈ ਸੀ ਕਿ ਉਸਨੇ ਆਪਣੇ ਲਈ ਇੱਕ ਨਵੀਂ ਲਲਕਾਰ ਲੱਭ ਲਈ, ਲੰਡਨ ਮੈਰਾਥਨ। ਮਈ 2012 ਵਿੱਚ ਸੈਂਕੜੇ ਲੋਕ ਸੜਕਾਂ 'ਤੇ ਖਲੋਤੇ ਸਨ ਲੋਮਸ ਨੂੰ ਦੌੜ ਮੁਕਾਉਂਦੀ ਨੂੰ ਵੇਖਣ ਲਈ। ਰੋਜ਼ ਦੇ ਕੋਈ 2 ਮੀਲ ਤੁਰ ਉਸਨੇ ਇਹ 26.2 ਮੀਲ ਲੰਮੀ ਦੌੜ 16 ਦਿਨਾਂ 'ਚ ਮੁਕਾਈ ਸੀ। ਜਦੋਂ ਲੋਮਸ ਖਤਮ ਦੀ ਲਕੀਰ 'ਤੇ ਪੁੱਜੀ, ਉਸ ਦਾ ਘਰਵਾਲਾ ਅਤੇ ਬਿਲਕੁਲ ਨਿੱਕਾ ਜਿਹਾ ਬੱਚਾ ਉਸਦੇ ਅੰਗ ਸੰਗ ਸਨ ਤੇ ਜਮ੍ਹਾਂ ਹੋਈ ਭੀੜ ਨੇ ਤਾੜੀਆਂ ਨਾਲ ਅਸਮਾਨ ਗੁੰਜਾ ਦਿੱਤਾ ਸੀ। ਸਿੱਧਾ ਖਲੋਣਾ ਤੇ ਡਿੱਗਣਾ। ਅੱਜ ਰੀਵੌਕ ਯੂਰਪ ਅਤੇ ਅਮਰੀਕਾ ਵਿੱਚ ਵਿਕਰੀ ਲਈ ਮਨਜ਼ੂਰਸ਼ੁਦਾ ਹੈ। ਦੁਨੀਆ ਭਰ 'ਚ ਇਸ ਨੂੰ ਕੋਈ 400 ਜਣੇ ਵਰਤ ਰਹੇ ਹਨ, ਜਿਨ੍ਹਾਂ 'ਚ ਕਈ ਅਮਰੀਕੀ ਸਾਬਕਾ ਫੌਜੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੀ ਸ਼ਾਮਿਲ ਹਨ। ਇਸ ਕੰਪਨੀ ਦਾ ਨਿਊਯਾਰਕ ਸਟਾਕ ਐਕਸਚੇਂਜ ਵੱਲੋਂ ਜਨਤਕ ਵਪਾਰ ਕੀਤਾ ਜਾਂਦਾ ਹੈ, ਜਿਸ ਤੋਂ ਗੋਫਰ ਨੂੰ ਕਰੋੜਾਂ ਡਾਲਰ ਖੋਜ ਅਤੇ ਨਿਵੇਸ਼ ਲਈ ਮਿਲ ਗਿਆ ਹੈ। ਅਗਲੇ ਕੁਝ ਸਾਲਾਂ ਵਿੱਚ ਇਹ ਇਜ਼ਰਾਈਲੀ ਕਾਢਕਾਰ ਆਸ ਕਰਦਾ ਹੈ ਕਿ ਲੋਮਾਸ ਵਰਗੇ ਹੋਰ ਲੋਕ ਵੀ ਇਸ ਜੰਤਰ ਨੂੰ ਵਰਤ ਸਕਣਗੇ। ਮੰਡੀ ਬਹੁਤ ਹੀ ਜ਼ਿਆਦਾ ਕੁਝ ਕਰ ਸਕਦੀ ਹੈ। ਗੋਫਰ ਦਾ ਅੰਦਾਜ਼ਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਕੋਈ 60 ਲੱਖ ਵੀਲਚੇਅਰ ਵਰਤਣ ਵਾਲਿਆਂ ਵਿੱਚੋਂ ਕੋਈ 2.5 ਲੱਖ ਉਸ ਦਾ ਇਹ ਜੰਤਰ ਵਰਤ ਸਕਣਗੇ। ਫਿਰ ਵੀ ਰੀਵੌਕ ਦੇ ਅਤੇ ਇਸ ਦੇ ਮੁਕਾਬਲੇ ਦੇ ਜੰਤਰਾਂ ਦੇ ਅਜੇ ਵੀ ਬਹੁਤ ਸਾਰੇ ਆਲੋਚਕ ਮੌਜੂਦ ਹਨ। ਇੱਕ ਵਜ੍ਹਾ ਹੈ ਸੱਟ ਫੇਟ ਲੱਗਣ ਦੀ। ਆਮ ਤੌਰ 'ਤੇ ਇਸ ਬਾਹਰਲੇ ਪਿੰਜਰ ਨੂੰ ਵਰਤਣਾ ਸਿੱਖਣ ਦੇ ਲਈ ਕੋਈ 12 ਤੋਂ 15 ਸੈਸ਼ਨ ਲੱਗ ਜਾਂਦੇ ਹੁੰਦੇ ਹਨ। ਕੁਝ ਮਰੀਜ਼ ਉਹਨਾਂ ਦੀ ਪੈਰਾਲਿਸਿਸ ਦੇ ਵੱਖਰੇ ਵੱਖਰੇ ਪੱਧਰ ਦੇ ਹਿਸਾਬ ਨਾਲ ਕਦੇ ਵੀ ਇਸ ਹੁਨਰ ਦੇ ਮਾਲਕ ਨਹੀਂ ਬਣ ਪਾਉਂਦੇ। ਇਸ ਜੰਤਰ ਦਾ ਜੋਖਮ ਹੋ ਸਕਦਾ ਹੈ। ਪੈਰਾਪਲੈਜਿਕਸ ਦੀਆਂ ਹੱਡੀਆਂ ਬਹੁਤ ਕਮਜ਼ੋਰ ਪੈ ਚੁੱਕੀਆਂ ਹੁੰਦੀਆਂ ਹਨ। ਇਸ ਲਈ ਰੀਵੌਕ ਮਰੀਜ਼ਾਂ ਨੂੰ ਇਹੋ ਸਲਾਹ ਦਿੰਦੀ ਹੈ ਕਿ ਇਸ ਜੰਤਰ ਨੂੰ ਤਿਲਕਣ, ਟੇਢ ਅਤੇ ਊਚ ਨੀਚ ਵਾਲੀਆਂ ਥਾਵਾਂ 'ਤੇ ਵੀ ਨਾ ਵਰਤੇ। ਦੁਰਘਟਨਾਵਾਂ ਬੇਸ਼ੱਕ ਹੁੰਦੀਆਂ ਹਨ ਅਤੇ ਕੁਝ ਲੋਕਾਂ ਨੂੰ ਡਰ ਹੈ ਕਿ ਇਸ ਜੰਤਰ ਦੇ ਫਾਇਦੇ ਓਨੇ ਨਹੀਂ ਜਿੰਨੇ ਇਸ ਦੇ ਜੋਖਮ ਹਨ। 1 ਜਾਂ 2 ਜਣੇ ਡਿੱਗ ਕੇ ਸਖਤ ਸੱਟਾਂ ਲਵਾਈਆਂ ਨਹੀਂ ਕਿ FDA ਸਭ ਕੁਝ ਬੰਦ ਕਰ ਦਿੰਦੀ ਹੈ। ਡਾਕਟਰ ਅਰੁਣ ਜੈ ਰਮਨ ਕਹਿੰਦੇ ਹਨ, ਜੋ ਕਿ ਸੰਸਾਰ ਪ੍ਰਸਿੱਧ ਰਿਹੈਬਿਲਿਟੇਸ਼ਨ ਇੰਸਟੀਚਿਊਟ ਆਫ ਸ਼ਿਕਾਗੋ ਵਿੱਚ ਬਾਹਰਲੇ ਪਿੰਜਰ ਦੇ ਇੱਕ ਸਿਰਕੱਢ ਮਾਹਿਰ ਹਨ। ਇਹ ਤਾਂ ਪਹਿਲਾਂ ਹੋ ਚੁੱਕਾ ਹੈ ਕੁਝ ਹੋਰ ਤਕਨਾਲੋਜੀਆਂ ਨਾਲ। ਇੱਕ ਹੋਰ ਮੁਸ਼ਕਿਲ ਹੈ ਕੀਮਤ ਦੀ, ਕਿਉਂਕਿ ਇਸ ਦੀ ਕੀਮਤ 69,000 ਤੋਂ ਲੈ ਕੇ $85,000 ਹੈ। ਮਾਇਕ ਪੱਖੋਂ ਵਧੇਰੇ ਗਰੀਬ ਮਰੀਜ਼ਾਂ ਲਈ ਐਕਸੋਸਕੈਲੇਟਨ ਯਾਨੀ ਬਾਹਰਲਾ ਪਿੰਜਰ ਖਰੀਦਣਾ ਸੰਭਵ ਨਹੀਂ। ਅਮਰੀਕਾ ਦੇ ਸਿਹਤ ਬੀਮਾ ਵਾਲਿਆਂ ਇਸ ਨੂੰ ਸਮਾਉਣ ਤੋਂ ਨਾ ਕਰ ਦਿੱਤੀ ਹੈ। ਮਾਹਿਰ ਕਹਿੰਦੇ ਹਨ ਕਿ ਬੀਮਾ ਕੰਪਨੀਆਂ ਅਕਸਰ ਨਵੀਂ ਅਤੇ ਫਾਇਦੇਮੰਦ ਤਕਨਾਲੋਜੀਆਂ ਪਛਾਣਨ 'ਚ ਸੁਸਤੀ ਕਰਦੀਆਂ ਹਨ। ਕੁਝ ਨਿੰਦਕਾਂ ਦਾ ਦਾਅਵਾ ਹੈ ਕਿ ਗੋਫਰ ਦਾ ਜੰਤਰ ਇਲਾਜ ਕਰੂ ਨਹੀਂ ਹੈ, ਸਗੋਂ ਚੱਲਣ ਫਿਰਨ ਅਤੇ ਪੇਸ਼ਕਾਰੀ ਕਰਨ ਲਈ ਹੀ ਸਹਾਇਕ ਹੁੰਦਾ ਹੈ। ਇਹ ਫਰਕ ਸੁਣਨ ਨੂੰ ਐਵੇਂ ਵਾਧੂ ਦਾ ਲੱਗਦਾ ਹੈ, ਪਰ ਇਉਂ ਹੈ ਨਹੀਂ। ਇੱਕ ਚੱਲਣ ਫਿਰਨ ਦੀ ਤਕਨਾਲੋਜੀ ਵਜੋਂ ਫਾਇਦੇ ਸਾਫ਼ ਹੀ ਸੁੱਝਦੇ, ਦਿਸਦੇ ਅਤੇ ਸਰਬ ਵਿਆਪੀ ਤੌਰ 'ਤੇ ਲਏ ਜਾਂਦੇ ਹਨ। ਪੈਰਾਪਲੈਜਿਕ ਹੁਣ ਇਸ ਜੰਤਰ ਨੂੰ ਘਰ, ਬਾਹਰ ਅਤੇ ਕੰਮ 'ਤੇ ਵਰਤ ਸਕਦੇ ਹਨ, ਪਰ ਆਲੋਚਕ ਕਹਿੰਦੇ ਹਨ ਕਿ ਇਸ ਜੰਤਰ ਨੂੰ ਇਲਾਜ ਕਰੂ ਹੋਣ ਦੀ ਵੀ ਪਛਾਣ ਦਿਵਾਉਣ ਲਈ ਗੋਫਰ ਨੂੰ ਇਹ ਵਿਗਿਆਨਕ ਤੌਰ 'ਤੇ ਸਾਬਤ ਕਰਨਾ ਪਏਗਾ ਕਿ ਇਸ ਦੇ ਜੋਖਮਾਂ ਨਾਲੋਂ ਇਸ ਦੇ ਮੈਡੀਕਲ ਲਾਭ ਵੱਧ ਹਨ। ਉਸਨੂੰ ਇਹ ਵੀ ਸਾਬਤ ਕਰਨਾ ਪਏਗਾ ਕਿ ਉਹੀ ਫਾਇਦੇ ਹੋਰ ਕਿਸੇ ਸ਼ਾਇਦ ਇਸ ਨਾਲੋਂ ਵਧੇਰੇ ਸੁਰੱਖਿਅਤ ਜੰਤਰ, ਟ੍ਰੈਡਮਿਲ 'ਤੇ ਤੁਰਨ ਜਾਂ ਖਲੋਤੇ ਹੋਏ ਸਾਈਕਲ ਨੂੰ ਚਲਾਉਣ ਵਰਗੇ ਤੋਂ ਨਹੀਂ ਮਿਲ ਸਕਦੇ। ਰੀਵੌਕ ਇਸ ਆਧਾਰ 'ਤੇ ਵੇਚਿਆ ਜਾ ਰਿਹਾ ਹੈ ਕਿ ਖੂਨ ਦੇ ਦੌਰੇ ਲਈ, ਸਰੀਰ ਵਿੱਚ ਪਿਸ਼ਾਬ ਦੀ ਥੈਲੀ ਲਈ, ਆਂਦਰਾਂ ਦੀ ਤਾਕਤ ਲਈ ਸਹਾਈ ਹੋਏਗਾ। ਰਾਇਮਰ ਕਹਿੰਦੇ ਹਨ, ਨਾਰਥ ਵੈਸਟ ਦੇ ਪ੍ਰੋਫੈਸਰ, ਇਸ ਦਾ ਕੋਈ ਅਜਿਹਾ ਠੋਸ ਸਬੂਤ ਨਹੀਂ ਜੋ ਦਿਖਾਵੇ ਕਿ ਇਉਂ ਸੱਚਮੁੱਚ ਹੋਇਆ ਹੈ।
ਰੀਵੌਕ ਨੂੰ ਇਲਾਜ ਕਰੂ ਸਾਬਿਤ ਕਰਨਾ ਮਹਿੰਗਾ ਅਤੇ ਸਮਾਂ ਖਾਊ ਰਹੇਗਾ, ਪਰ ਗੌਫਰ ਦਾ ਆਸ਼ਾਵਾਦ ਕਾਇਮ ਹੈ। ਉਸ ਦੀ ਸੋਚ ਇਹ ਹੈ ਕਿ ਇਹ ਜੰਤਰ ਅਖੀਰ ਹੌਲੀ-ਹੌਲੀ ਉਹਨਾਂ ਅਲਾਮਤਾਂ ਨੂੰ ਦੂਰ ਕਰ ਸਕਦਾ ਹੈ ਜੋ ਵੀਲ ਚੇਅਰਾਂ ਨਾਲ ਬੱਝਿਆਂ ਲੋਕਾਂ 'ਚ ਆਮ ਹਨ। ਡਾਕਟਰ ਅਲਬਰਟੋ ਐਸਕੁਇਨਾਜ਼ੀ, ਜੋ ਕਿ ਫਿਲਾਡੈਲਫੀਆ USA ਵਿੱਚ ਆਈਨਸਟੀਨ ਹੈਲਥ ਕੇਅਰ ਨੈਟਵਰਕ ਦੀ ਮੌਸ ਰੀਹੈਬ ਦੇ ਚੇਅਰਮੈਨ ਅਤੇ ਮੁੱਖ ਮੈਡੀਕਲ ਅਫਸਰ ਹਨ, ਸਹਿਮਤ ਹਨ ਇਸ ਗੱਲ ਨਾਲ। ਉਹਨਾਂ ਨੇ 14 ਮਰੀਜ਼ਾਂ ਦੀ ਸਕਰੀਨਿੰਗ ਕੀਤੀ, ਰੀਵੌਕ ਵਰਤਣ ਵਾਲੇ 10 ਜਣਿਆਂ ਦੀ ਸਿਖਲਾਈ ਪੂਰੀ ਕੀਤੀ ਅਤੇ ਤੈਅ ਪਾਇਆ ਕਿ ਵਰਤਣ ਵਾਲੇ ਕੁਝ ਜਣਿਆਂ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦੀ ਦਰਦ, ਆਂਦਰਾਂ ਅਤੇ ਮੂਤਰ ਥੈਲੀ ਦੇ ਕਾਰਜਾਂ ਅਤੇ ਪੱਠਿਆਂ ਦੇ ਅਕੜਾਅ ਵੱਲੋਂ ਬਿਹਤਰੀ ਹੋਈ ਹੈ। ਉਹਨਾਂ ਦੇ ਅਧਿਐਨ ਨੇ ਇਹ ਵੀ ਤੈਅ ਪਾਇਆ ਕਿ ਵਰਤਣ ਵਾਲਿਆਂ ਆਪਣੀ ਸਰੀਰਕ ਜਰਨ ਸ਼ਕਤੀ ਵੀ ਬਿਹਤਰ ਕੀਤੀ, ਬਿਨਾਂ ਕੋਈ ਮਾੜੇ ਹੋਰ ਅਸਰਾਂ ਦੇ, ਅਤੇ ਉਹ ਇਸ ਇੰਤਜ਼ਾਮ ਨੂੰ ਬਾਕਾਇਦਗੀ ਨਾਲ ਵਰਤਣ ਲਈ ਤਿਆਰ ਹਨ। ਇਸ ਅਤੇ ਹੋਰ ਅਧਿਐਨਾਂ ਦੇ ਆਧਾਰ ਉੱਤੇ ਗੌਫਰ ਕਹਿੰਦੇ ਹਨ ਕਿ ਰੀਵੌਕ ਦੇ ਸਿਹਤ ਲਾਭਾਂ ਕਰਕੇ ਬੀਮਾ ਦੇਣ ਵਾਲੇ ਸਾਲ ਦਾ ਕੋਈ $30,000 ਬਚਾ ਸਕਦੇ ਹਨ। ਜੈ ਰਮਨ ਰਿਹੈਬਿਲਿਟੇਸ਼ਨ ਇੰਸਟੀਚਿਊਟ ਆਫ ਸ਼ਿਕਾਗੋ ਦੇ ਮਾਹਿਰ ਅੰਦਾਜ਼ਾ ਲਾਉਂਦੇ ਹਨ ਕਿ ਬਚਤਾਂ ਹੋਰ ਵੀ ਵੱਧ ਹੋ ਸਕਦੀਆਂ ਹਨ, ਕਿਉਂਕਿ ਇਸ ਜੰਤਰ ਨੂੰ ਵਰਤ ਕੇ ਬਾਕਾਇਦਗੀ ਨਾਲ ਕੀਤੀ ਕਸਰਤ ਵੀ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ। ਜੇ ਬੀਮੇ ਵਾਲੇ ਇਸ ਜੰਤਰ ਨੂੰ ਵੀ ਆਪਣੇ ਹਿਸਾਬ 'ਚ ਰੱਖ ਲੈਣ ਤਾਂ ਗੌਫਰ ਅਤੇ ਉਸ ਦੇ ਖੇਤਰ ਦੇ ਹੋਰ ਜਣੇ ਕਹਿੰਦੇ ਹਨ ਕਿ ਇਸ ਨਾਲ ਹੋਰ ਮਰੀਜ਼ ਵੀ ਇਸ ਨੂੰ ਵਰਤਣ ਲਈ ਅੱਗੇ ਆਉਣਗੇ ਅਤੇ ਮੁਕਾਬਲਾ ਵੀ ਵੱਧ ਸਕਦਾ ਹੈ, ਜਿਸ ਸਭ ਕੁਝ ਨਾਲ ਕਿ ਕੀਮਤਾਂ ਹੋਰ ਵੀ ਘਟ ਸਕਣਗੀਆਂ। ਪਰ ਇਸ ਵਸਤ ਦੇ ਆਸ-ਪਾਸ ਦੀ ਇਸ ਸਾਰੀ ਚਾਂਬਲ ਦੇ ਬਾਵਜੂਦ ਅਜੇ ਵੀ ਇੱਕ ਜਣਾ ਹੈ ਜਿਸ ਨੂੰ ਇਸ ਤੋਂ ਫਾਇਦਾ ਨਹੀਂ ਮਿਲ ਰਿਹਾ, ਅਮਿਤ ਗੌਫਰ, ਉਹੀ ਆਦਮੀ ਜਿਸ ਨੇ ਇਹ ਕਾਢ ਕੱਢੀ। ਅਖੀਰਲਾ ਆਦਮੀ ਬੈਠਾ। ਜਦੋਂ ਮੈਂ ਗੌਫਰ ਨੂੰ ਉੱਤਰੀ ਇਜ਼ਰਾਈਲ 'ਚ ਉਸਦੇ ਦਫ਼ਤਰ ਦੀ ਲਿਫਟ ਨੇੜੇ ਮਿਲਦਾ ਹਾਂ, ਉਹ ਇੱਕ ਬਿਜਲਈ ਵੀਲ ਚੇਅਰ 'ਚ ਬੈਠਾ ਹੈ ਅਤੇ ਉਸਦੀ ਇੰਨੀ ਕੁ ਹੀ ਹਿਲਜੁਲ ਹੈ ਕਿ ਮੇਰਾ ਹੱਥ ਸੱਜੇ ਖੱਬੇ ਕਰਦਾ ਹੋਇਆ ਮੇਰੇ ਨਾਲ ਹੱਥ ਮਿਲਾ ਸਕੇ। ਉਸਨੇ ਇਸੇ ਸਾਦਾ ਜਿਹੇ ਕਾਰਜ ਨੂੰ ਵੀ ਕਰਨ ਉੱਤੇ ਸੈਂਕੜੇ ਘੰਟੇ ਲਾਏ ਹਨ। ਟਾਈਪ ਕਰਨ ਜਾਂ ਫੋਨ ਦਾ ਜਵਾਬ ਦੇਣ ਲਈ ਲਾਏ ਸਮੇਂ ਦੀ ਗੱਲ ਤਾਂ ਵੱਖਰੀ ਹੈ, ਪਰ ਰੀਵੌਕ ਵਰਤਣ ਦੇ ਲਈ ਮਰੀਜ਼ਾਂ ਨੂੰ ਆਪਣੇ ਧੜ ਉੱਤੇ ਪੂਰਾ ਕੰਟਰੋਲ ਚਾਹੀਦਾ ਹੁੰਦਾ ਹੈ, ਜੋ ਗੌਫਰ ਕੋਲ ਨਹੀਂ ਹੈ। 62 ਸਾਲ ਦੀ ਉਮਰ ਵਿੱਚ ਸਾਰਾ ਦਿਨ ਬੈਠੇ ਰਹਿਣ ਕਰਕੇ ਉਸ ਦਾ ਵਜ਼ਨ ਜ਼ਿਆਦਾ ਹੈ, ਪਰ ਉਹ ਮੈਨੂੰ ਆਪਣੇ ਦਫ਼ਤਰ 'ਚ ਲਿਜਾਂਦਾ ਹੈ ਅਤੇ ਆਪਣੀ ਕਾਢ ਬਾਰੇ ਗੱਲ ਕਰਨ ਲੱਗ ਪੈਂਦਾ ਹੈ। ਉਸ ਦੀਆਂ ਅੱਖਾਂ ਉਸ ਦੀਆਂ ਤਾਰ ਦੇ ਫਰੇਮ ਵਾਲੀਆਂ ਐਨਕਾਂ ਪਿੱਛੇ ਇੱਕ ਜੋਸ਼ ਨਾਲ ਟੱਡੀਆਂ ਹੋਈਆਂ ਹਨ। ਉਸ ਦੇ ਡੈਸਕ ਦੇ ਪਿੱਛੇ ਇੱਕ ਫੋਟੋ ਹੈ ਗੌਫਰ ਦੀ, ਉਸ ਦੇ ਮਰੀਜ਼ਾਂ ਨਾਲ, ਨਿਊਯਾਰਕ ਦੇ ਟਾਈਮ ਸਕੁਏਅਰ ਵਿੱਚ, ਉਸ ਦਿਨ ਦੀ ਜਦੋਂ ਉਸ ਦੀ ਕੰਪਨੀ ਜਨਤਕ ਤੌਰ 'ਤੇ ਸ਼ੁਰੂ ਹੋਈ ਸੀ, ਜਿਸ ਵਿੱਚ ਸਾਰਿਆਂ ਦੇ ਹੱਥ ਜਿੱਤ ਦੇ ਅੰਦਾਜ਼ 'ਚ ਚੁੱਕੇ ਹੋਏ ਹਨ। ਜਦੋਂ ਅਸੀਂ ਅਜੇ ਗੱਲ ਹੀ ਕਰ ਰਹੇ ਸੀ, ਇੱਕ ਆਦਮੀ ਧੜਕ ਦੇਣੀ ਅੰਦਰ ਆ ਗਿਆ, ਆਪਣੀ ਰੀਵੌਕ ਨੂੰ ਵਰਤ ਕੇ ਕਮਰੇ ਦੇ ਇੱਕ ਪਾਸੇ ਤੋਂ ਦੂਜੇ ਨੂੰ ਹਲਕੀ ਜਿਹੀ ਦੌੜ ਲਾਉਂਦਾ ਹੋਇਆ। ਉਸ ਦਾ ਨਾਂ ਰਾਦੀ ਕਯੂਫ ਹੈ ਅਤੇ ਉਹ ਇੱਕ ਅਰਬੀ ਦਰੂਜ਼ ਪਿੰਡ ਇਸਫੀਆ ਦਾ ਹੈ। 1988 ਦੀ ਬਹਾਰ ਉੱਤੇ, ਉਸ ਤੋਂ ਕੁਝ ਮਹੀਨੇ ਪਹਿਲਾਂ ਕਿ ਇਜ਼ਰਾਈਲੀ ਫੌਜ ਵਿੱਚ ਉਸ ਦੀ ਸੇਵਾ ਮੁੱਕਦੀ, ਹੈਜ਼ਬੁੱਲਾ ਦੇ ਗੁਰੀਲਿਆਂ ਉਸ ਨੂੰ ਪੇਟ 'ਚ ਗੋਲੀ ਮਾਰ ਦਿੱਤੀ ਸੀ, ਲੈਬਨਾਨ ਦੇ ਇੱਕ ਪਿੰਡ ਮਾਇਦੂਨ ਵਿੱਚ ਚੱਲ ਰਹੇ ਇੱਕ ਆਪਰੇਸ਼ਨ ਦੇ ਦੌਰਾਨ। ਸਭ ਮੁੱਕਾ ਉਸ ਨੂੰ ਚੇਤੇ ਹੈ। ਉਸ ਇਹ ਸੋਚਿਆ ਸੀ ਬੇਹੋਸ਼ ਹੋਣ ਤੋਂ ਪਹਿਲਾਂ, ਮੇਰੇ ਸਰੀਰ ਦੇ ਅੱਧ ਵਿਚਕਾਰ ਗੋਲੀ ਲੱਗੀ ਹੈ ਅਤੇ ਮੈਂ ਮਰਨ ਲੱਗਾ ਹਾਂ। ਗੋਲੀਆਂ ਦੀ ਵਾਛੜ ਵਿੱਚ ਉਸ ਨੂੰ ਕੱਢ ਕੇ ਲਿਆਂਦਿਆਂ ਕਯੂਫ ਦੇ ਸਾਥੀ ਸਿਪਾਹੀਆਂ ਉਸ ਨੂੰ ਹੈਲੀਕਾਪਟਰ ਰਾਹੀਂ ਹਾਈਫਾ ਦੇ ਰੈਮਬੈਮ ਹਸਪਤਾਲ ਪਹੁੰਚਾ ਦਿੱਤਾ। 19 ਦਿਨ ਉਹ ਬੇਹੋਸ਼ ਰਿਹਾ ਅਤੇ ਮਸਾਂ ਹੀ ਜਿਉਂਦਾ ਰਹਿ ਪਾ ਰਿਹਾ ਸੀ। ਜਦੋਂ ਉਹ ਜਾਗਿਆ, ਉਹ ਹਿੱਲ ਨਹੀਂ ਸੀ ਸਕਦਾ ਪਿਆ। ਡਾਕਟਰਾਂ ਉਸ ਨੂੰ ਕਿਹਾ ਕਿ ਹੁਣ ਉਸ ਦੇ ਤੁਰਨ ਦੇ ਦਿਨ ਤਾਂ ਮੁੜ ਨਹੀਂ ਆਉਣੇ। ਗੌਫਰ ਵਾਂਗ ਹੀ ਕਯੂਫ ਨੂੰ ਵੀ ਨਿਰਾਸ਼ਾ ਦੇ ਰੋਗ ਨੇ ਘੇਰ ਲਿਆ। ਵੀਲ ਚੇਅਰ ਨਾਲ ਬੱਝ ਕੇ ਰਹਿ ਗਿਆ। ਉਹ ਅਕਸਰ ਕੋਈ ਵੀ ਕੰਮ ਨਾ ਕਰ ਪਾਉਂਦਾ ਅਤੇ 2 ਵਾਰ ਉਸਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਦੋਸਤਾਂ ਅਤੇ ਪਰਿਵਾਰ ਦੀ ਮਦਦ ਨਾਲ ਉਸ ਫੈਸਲਾ ਕੀਤਾ ਕਿ ਉਹ ਆਪਣੇ ਲਈ ਕੋਈ ਮਦਦ ਲੱਭੇਗਾ। ਉਹ ਮਾਨਸਿਕ ਇਲਾਜ ਅਤੇ ਸਰੀਰਕ ਮੁੜ ਬਹਾਲੀ ਲਈ ਜਾਣ ਲੱਗਾ, ਜਿਸ ਨਾਲ ਉਸਨੂੰ ਬਹੁਤ ਜ਼ਿਆਦਾ ਮਨੋਵਿਗਿਆਨਕ ਹੱਲਾਸ਼ੇਰੀ ਮਿਲੀ ਅਤੇ ਅਗਲੇ ਕੁਝ ਸਾਲਾਂ ਵਿੱਚ ਉਸ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦੇ 4 ਬੱਚੇ ਹੋਏ। 2007 ਵਿੱਚ ਉਹ ਗੌਫਰ ਨੂੰ ਮਿਲਿਆ। ਤੈਲ
ਹੈਸ਼ੋਮੇਰ ਦੇ ਮੁੜ ਬਹਾਲੀ ਕੇਂਦਰ ਵਿੱਚ ਅਤੇ ਦੋਵੇਂ ਛੇਤੀ ਹੀ ਬਹੁਤ ਚੰਗੇ ਮਿੱਤਰ ਬਣ ਗਏ। ਪਹਿਲੀ ਗੱਲਬਾਤ ਵਿੱਚ ਗੌਫਰ ਨੇ ਕਯੂਫ ਨੂੰ ਦੱਸਿਆ ਕਿ ਉਸਨੇ ਇੱਕ ਜੰਤਰ ਬਣਾਇਆ ਹੈ ਜੋ ਪੂਰੇ ਪੈਰਾਲਾਈਜ਼ ਹੋਇਆਂ ਦੀ ਤੁਰਨ 'ਚ ਮਦਦ ਕਰ ਸਕਦਾ ਹੈ। ਮੈਨੂੰ ਯਕੀਨ ਨਾ ਆਇਆ ਕਿ ਮੈਂ ਖੜਾ ਹੋ ਸਕਾਂਗਾ, ਕਯੂਫ ਕਹਿੰਦਾ ਹੈ, ਪਰ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਹੈਰਾਨ ਰਹਿ ਗਿਆ। ਉਦੋਂ ਮੇਰੀ ਧੀ 3 ਸਾਲਾਂ ਦੀ ਸੀ। ਉਹ ਮੇਰੇ ਵੱਲ ਦੇਖ ਕੇ ਕਹਿੰਦੀ, ਡੈਡ ਤੂੰ ਤਾਂ ਉੱਚਾ ਲੰਮਾ ਹੈ। ਮੈਂ ਤਾਂ ਪੂਰਾ ਖੁਸ਼ ਹੋ ਗਿਆ ਸੀ। ਅੱਜ ਕਯੂਫ ਆਪਣੀ ਪਤਨੀ ਅਤੇ ਬੱਚਿਆਂ ਨਾਲ ਉੱਤਰੀ ਇਜ਼ਰਾਈਲ 'ਚ ਕਾਰਮੀਅਲ ਦੇ ਬਾਹਰਵਾਰ ਰਹਿੰਦਾ ਹੈ, ਜਿੱਥੇ ਉਹ ਉਹਨਾਂ ਸਰਗਰਮੀਆਂ ਵਿੱਚ ਵੀ ਹਿੱਸਾ ਲੈ ਪਾ ਰਿਹਾ ਹੈ ਜੋ ਉਸਨੇ ਕਦੇ ਆਪਣੇ ਲਈ ਸੰਭਵ ਨਹੀਂ ਸੀ ਸਮਝੀਆਂ। ਉਸਨੇ ਸਕੂਬਾ ਗੋਤਾਖੋਰੀ ਦਾ ਇੱਕ ਕੋਰਸ ਪੂਰਾ ਕਰ ਲਿਆ ਹੈ ਅਤੇ ਇੱਕ ਵਾਰ ਤਾਂ ਸਕੀਇੰਗ ਵੀ ਕੀਤੀ, ਇੱਕ ਵੀਲਚੇਅਰ ਵਰਗਾ ਜੰਤਰ ਵਰਤ। ਕੋਈ ਸਵਾਲ ਹੀ ਨਹੀਂ ਹੈ ਇਸ ਬਾਰੇ, ਉਹ ਕਹਿੰਦਾ। ਰੀਵਾਕ ਨਾਲ ਮੈਂ ਕਿਤੇ ਵੱਧ ਸਿਹਤਮੰਦ ਹਾਂ ਉਸ ਨਾਲੋਂ ਕਿ ਜੇ ਇਹ ਨਾ ਵਰਤ ਰਿਹਾ ਹੁੰਦਾ। ਮੈਂ ਅਤੇ ਕਯੂਫ ਇੱਕ ਦੂਜੇ ਤੋਂ ਵਿਦਾ ਲੈ ਰਹੇ ਹਾਂ ਤਾਂ ਗੌਫਰ ਮੈਨੂੰ ਦੱਸਦਾ ਹੈ ਕਿ ਇਹ ਸਾਬਕਾ ਫੌਜੀ ਆਪਣਾ ਬਹੁਤਾ ਸਮਾਂ ਇਜ਼ਰਾਈਲ 'ਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਹੀ ਹੁੰਦਾ ਹੈ ਵਧੇਰੇ, ਕਿ ਇਹ ਤਾਂ ਸਮਝੋ ਇਸ ਜੰਤਰ ਦਾ ਚਿਹਰਾ ਮੋਹਰਾ ਹੀ ਬਣ ਗਿਆ ਹੈ। ਇਹ ਵਿਚਾਰ ਕਿ ਇੱਕ ਅਰਬੀ ਆਦਮੀ ਦੁਨੀਆ ਭਰ 'ਚ ਘੁੰਮਦਾ ਇੱਕ ਇਜ਼ਰਾਈਲੀ ਕਾਰਡ ਦੀ ਪ੍ਰਸ਼ੰਸਾ ਕਰਦਾ ਹੋਏ, ਇਹ ਤਾਂ ਇੱਕ ਸੁਪਨਾ ਹੀ ਲੱਗਦਾ ਹੈ। ਪਰ ਕਯੂਫ ਅਜਿਹੇ ਕਈ ਅਰਬੀਆਂ ਵਿੱਚੋਂ ਇੱਕ ਹੈ ਜੋ ਰੀਵਾਕ ਲਈ ਕੰਮ ਕਰ ਰਹੇ ਹਨ, ਜਿੱਥੇ ਗੌਫਰ ਮੈਨੂੰ ਦੱਸਦਾ ਹੈ ਕਿ ਮਜ਼ਹਬੀ ਮੁਸਲਮਾਨ ਅਤੇ ਯਹੂਦੀ ਮੋਢੇ ਨਾਲ ਮੋਢਾ ਜੋੜ ਅਮਨ ਨਾਲ ਕੰਮ ਕਰਦੇ ਹਨ। ਜਿੱਥੇ ਹਰ ਕੋਈ ਇਸੇ 'ਤੇ ਧਿਆਨ ਟਿਕਾ ਰਿਹਾ ਹੋਏ ਕਿ ਪੈਰਾਲਾਈਜ਼ ਹੋਇਆਂ ਨੂੰ ਕਈ ਸਾਲਾਂ ਬਾਅਦ ਉਹਨਾਂ ਦੇ ਪਹਿਲੇ ਕਦਮ ਪੁਟਾਉਣ 'ਚ ਮਦਦ ਕਰਨੀ ਹੈ, ਉੱਥੇ ਤਾਂ ਸਭ ਕੁਝ ਮੰਨਣਯੋਗ ਜਾਪ ਰਿਹਾ ਹੈ। ਜਿਸ ਕਰਕੇ ਹੀ ਹੈ ਕਿ ਗੌਫਰ ਨੇ ਮੁੜ ਤੁਰਨ ਦੇ ਆਪਣੇ ਸੁਪਨੇ ਨੂੰ ਕੋਈ ਛੱਡ ਨਹੀਂ ਦਿੱਤਾ ਹੈ। ਮੇਰੇ ਉਸਦੇ ਦਫ਼ਤਰੋਂ ਨਿਕਲਣ ਤੋਂ ਪਹਿਲਾਂ ਉਹ ਮੈਨੂੰ ਆਪਣੀ ਨਵੀਂ ਨਵੇਲੀ ਕਾਰਡ ਬਾਰੇ ਦੱਸਦਾ ਹੈ, ਅਪ ਐਂਡ ਰਾਈਡ ਸੈਗਵੇ ਵਰਗਾ ਜੰਤਰ ਜੋ ਕੁਆਡਰੀਪਲੈਜਿਕਸ ਨੂੰ ਖਲੋ ਕੇ ਚੱਲਣ 'ਚ ਮਦਦ ਕਰਦਾ ਹੈ। 2 ਮਹੀਨਿਆਂ ਬਾਅਦ ਗੌਫਰ ਨੇ ਆਪਣੇ ਇਸ ਜੰਤਰ ਨੂੰ ਆਪਣੇ ਘਰ ਦੇ ਬਾਹਰ ਵਰਤਿਆ, ਯੋਕਨੀਐਮ ਵਿੱਚ। ਇਹ 18 ਸਾਲਾਂ 'ਚ ਪਹਿਲੀ ਵਾਰ ਸੀ ਕਿ ਉਹ ਖੜਾ ਹੋਇਆ ਸੀ।